ਸ਼ਬਦ ਬ੍ਰਹਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ ਚੱਲ ਰਹੇ ਅੰਮ੍ਰਿਤ ਵੇਲੇ ਤੋਂ ਦੀਵਾਨਾਂ ਦੇ ਅੰਦਰ ਆਪ ਜੀ ਨੇ ਗੁਰੂ ਕੇ ਕੀਰਤਨੀ ਸਿੰਘਾਂ ਪਾਸੋਂ ਆਸਾ ਕੀ ਵਾਰ ਦਾ ਕੀਰਤਨ ਵਿਦਵਾਨ ਸੱਜਣ ਗਿਆਨੀ ਧਰਮਵੀਰ ਸਿੰਘ ਜੀ ਪਾਸੋਂ ਅਰਦਾਸ ਔਰ ਸਰਦਾਰ ਗਿਆਨੀ ਤੇਜਪਾਲ ਸਿੰਘ ਜੀ ਪਾਸੋਂ ਆਪ ਜੀ ਨੇ ਜੋ ਗੁਰੂ ਸਾਹਿਬ ਜੀ ਨੇ ਅੱਜ ਦਾ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਉਹ ਸਰਵਨ ਕੀਤਾ ਹੈ। ਇਹ ਪਾਵਨ ਇਲਾਹੀ ਫਰਮਾਨ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 803 ਉੱਤੇ ਸੁਭਾਈਮਾਨ ਹੈ। ਇਸ ਸ਼ਬਦ ਦੇ ਅੰਦਰ ਹਜ਼ੂਰ ਨੇ ਰਹਾਉ ਦੀ ਤੁਕ ਦੇ ਅੰਦਰ ਆਪਣੇ ਮਨ ਨੂੰ ਸੰਬੋਧਨ ਕੀਤਾ ਹੈ ਔਰ ਸਾਨੂੰ ਸਾਰਿਆਂ ਨੂੰ ਮਨ ਬਚਨ ਕਰਮਾਂ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਘਟ ਘਟ ਦੇ ਵਿੱਚ ਰਮਿਆ ਹੋਇਆ ਜਿਹਦਾ ਸਰੂਪ ਹਜ਼ੂਰ ਨੇ ਰਾਮ ਬਿਆਨ ਕੀਤਾ ਹੈ ਉਹਦਾ ਸਿਮਰਨ ਕਰਨ ਦੇ ਲਈ ਚੇਤਾ ਕਰਨ ਦੇ ਲਈ ਪ੍ਰੇਰਨਾ ਕੀਤੀ ਹੈ। ਹਜ਼ੂਰ ਕਿਰਪਾ ਕਰਦੇ ਨੇ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਕਿ ਮੇਰੇ ਗੁਰੂ ਦੇ ਪਿਆਰੇ ਚਰਨ ਮੇਰੇ ਹਿਰਦੇ ਦੇ ਅੰਦਰ ਵਸੇ ਹੋਏ ਨੇ। ਇਸ ਕਰਕੇ ਦਿਨ ਰਾਤ ਹੈ ਮਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਉਹਦੀ ਯਾਦ ਕਰਦਾ ਰਹੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਅੰਮ੍ਰਿਤ ਬਾਣੀ ਪੜ੍ਹੀਏ ਸਾਨੂੰ ਕੁਝ ਟੌਪਿਕਾਂ ਤੇ ਹਜ਼ੂਰ ਨੇ ਬਾਰ-ਬਾਰ ਹਿਦਾਇਤ ਕੀਤੀ, ਖਾਸ ਕਰਕੇ ਜਦੋਂ ਸਿਮਰਨ ਦੀ ਗੱਲ ਚੱਲਦੀ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸੋਧਤ ਸੋਧਤ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਇਹਦਾ ਮਤਲਬ ਹੈ ਵੀ ਅਸਲ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਜਨ ਕਰਨਾ, ਉਹਦਾ ਸਿਮਰਨ ਕਰਨਾ ਗੁਰੂ ਸਾਹਿਬ ਜੀ ਨੇ ਸਭ ਤੋਂ ਜ਼ਰੂਰੀ ਜ਼ਿੰਦਗੀ ਦਾ ਕੰਮ ਕਰਾਰ ਦਿੱਤਾ। ਤੇ ਗੁਰੂ ਸਾਹਿਬ ਜੀ ਨੇ ਜੋ ਬਾਣੀ ਦੇ ਅੰਦਰ ਸਾਨੂੰ ਬਖਸ਼ਿਸ਼ ਕੀਤੀ ਹੈ, ਅੱਜ ਰਹਿਤ ਮਰਿਆਦਾ ਦੇ ਅੰਦਰ ਜੋ ਸਿਮਰਨ ਦੀ ਪੱਧਤੀ ਹੈ, ਖਾਸ ਕਰਕੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੈ, ਇੱਕ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਦਾ ਇਹ ਢੰਗ ਹੈ। ਦੂਸਰਾ, ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਬਾਣੀ ਦਾ ਜਾਪ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਹੈ। ਅਸਲ ਦੇ ਵਿੱਚ ਇਹਦੇ ਤੋਂ ਬਾਅਦ ਜਿਵੇਂ ਨਿਤਨੇਮ ਹੈ, ਉਸ ਤੋਂ ਬਾਅਦ ਇੱਕ ਹੋਰ ਜਿਹੜੀ ਦਾਤ ਖਾਸ ਕਰਕੇ ਰਹਿਤ ਮਰਿਆਦਾ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਹਰ ਸਿੱਖ ਦਾ ਆਪਣੇ ਘਰ ਦੇ ਵਿੱਚ ਸਹਿਜ ਪਾਠ ਜਿਹੜਾ ਚੱਲਦਾ ਰਹੇ। ਕਿਉਂਕਿ ਕਈ ਵਾਰੀ ਸਵਾਲ ਕੀਤਾ ਜਾਂਦਾ ਵੀ ਗੁਰੂ ਸਾਹਿਬ ਜੀ, ਜਿਵੇਂ ਅਸੀਂ ਕੋਈ ਦੁਨਿਆਵੀ ਤੌਰ ਤੇ ਬੰਦਾ ਸਟੱਡੀ ਕਰੇ ਨਾ, ਤੇ ਬੰਦਾ ਕਹਿੰਦਾ, ਇੱਕ ਵਾਰੀ ਸਵਾਲ ਕੀਤਾ ਸੀ ਕਿਸੇ ਕਲਾਸ ਦੇ ਵਿੱਚ, ਕਹਿਣ ਲੱਗੇ ਜਦੋਂ ਬੱਚਾ ਪਹਿਲੀ ਕਲਾਸ ਦੇ ਵਿੱਚ ਹੁੰਦਾ ਉਹਦਾ ਸਿਲੇਬਸ ਹੋਰ ਹੁੰਦਾ, ਜਦੋਂ ਦੂਸਰੀ ਜਮਾਤ ਦੇ ਵਿੱਚ ਉਹਦੀਆਂ ਕਿਤਾਬਾਂ ਬਦਲ ਜਾਂਦੀਆਂ, ਤੀਸਰੀ ਕਲਾਸ ਦੇ ਵਿੱਚ ਹੋਰ। ਤੇ ਧਾਰਮਿਕ ਬੰਦੇ ਕਹਿਣ ਲੱਗੇ ਵੀ ਮੇਰੇ ਜਿਹੜੇ ਗ੍ਰੈਂਡਫਾਦਰ ਨੇ ਉਹ ਵੀ ਜਪਜੀ ਸਾਹਿਬ ਪੜ੍ਹਦੇ ਨੇ ਤੇ ਪਿਤਾ ਜੀ ਵੀ, ਤੇ ਮੇਰੇ ਲਈ ਵੀ ਉਹੀ ਸਿਲੇਬਸ, ਉਸ ਤੋਂ ਬਾਅਦ ਸਾਰੀ ਜ਼ਿੰਦਗੀ ਉਹ ਬਾਰ-ਬਾਰ ਰਿਪੀਟ ਕਰਨਾ ਹੈ। ਅਸਲ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਜੇ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਸਮਝ ਕੇ ਪੜ੍ਹੀਏ ਨਾ,
ਇੰਨੀ ਗਹਿਰ ਗੰਭੀਰ ਹੈ। ਰੋਜ਼ ਬਾਣੀ ਪੜ੍ਹੀਏ ਤੇ ਰੋਜ਼ ਨਵੀਂ ਬਖਸ਼ਿਸ਼ ਗੁਰੂ ਸਾਹਿਬ ਜੀ ਦੀ ਹੁੰਦੀ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਉਹਦੇ ਲਈ ਨਾਲ ਨਾਲ ਪੰਥਕ ਮਰਿਆਦਾ ਦੇ ਮੁਤਾਬਕ ਸਾਡੇ ਜਿਹੜੇ ਪੰਥ ਨੇ ਇਹ ਨਿਰਣਾ ਕੀਤਾ ਹੋਇਆ ਕਿ ਸਿੱਖ ਦਾ ਰੋਜ਼ ਹੀ ਜਿਹੜਾ ਸਹਿਜ ਪਾਠ ਜ਼ਰੂਰ ਚੱਲਦਾ ਰਹਿਣਾ ਚਾਹੀਦਾ। ਤੇ ਜਦੋਂ ਸਹਿਜ ਪਾਠ ਸਮਝ ਕੇ ਕਰਨਾ ਹੋਵੇ ਤੇ ਘੱਟੋ ਘੱਟ ਕਈ ਸਾਲ ਲੱਗ ਜਾਂਦੇ ਨੇ। ਜੇ ਅਸੀਂ ਅੱਧਾ ਪੌਣਾ ਘੰਟਾ ਰੋਜ਼ ਕੱਢੀਏ ਤੇ ਸਾਨੂੰ ਗੁਰੂ ਸਾਹਿਬ ਜੀ ਦੀ ਬਾਣੀ ਸਮਝ ਕੇ ਪੜ੍ਹਨ ਦੇ ਵਿੱਚ ਜਿਹੜਾ ਸਮਾਂ ਲੱਗਦਾ, ਆਪਣੇ ਆਪ ਦੇ ਵਿੱਚ ਇਹ ਸਟੱਡੀ ਹੈ। ਕੁਝ ਸਮਾਂ ਪਹਿਲਾਂ ਦੀ ਗੱਲ ਹੈ, ਇੱਕ ਪਰਿਵਾਰ ਜਿਹੜਾ ਹਿੰਦੂ ਧਰਮ ਤੋਂ ਸਿੱਖੀ ਦੇ ਵਿੱਚ ਆਇਆ ਸੀ ਤੇ ਉਹਨਾਂ ਨੇ ਬੜੇ ਕਮਾਲ ਦੀ ਆਪਣੇ ਜੀਵਨ ਦਾ ਢੰਗ ਦੱਸਿਆ। ਕਹਿਣ ਲੱਗੇ, ਮੈਂ ਪਹਿਲਾਂ ਜਦੋਂ ਗੁਰਦੁਆਰੇ ਆਉਣਾ ਸ਼ੁਰੂ ਕੀਤਾ ਤੇ ਇਕੱਲਾ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਅਸੀਂ ਹੁੰਦੇ ਸੀ। ਕਹਿੰਦੇ ਕੁਝ ਸਾਲ ਆਉਣ ਤੋਂ ਬਾਅਦ ਮੇਰੇ ਮਨ ਨੇ ਇਹ ਮਨ ਦੇ ਵਿੱਚ ਸੋਚਿਆ ਵੀ ਇਕੱਲਾ ਮੈਂ ਇੱਥੇ ਟਿਕਣਾ ਜਾਂ ਥੋੜ੍ਹਾ ਜਿਹਾ ਹੋਰ ਵੀ ਅੱਗੇ ਵਧਣਾ। ਕਹਿੰਦੇ ਫਿਰ ਮੈਂ ਪੰਜਾਬੀ ਪੜ੍ਹੀ ਤੇ ਨਾਲ ਨਾਲ ਨਿਤਨੇਮ ਕਰਨਾ ਸਿੱਖ ਲਿਆ। ਜਦੋਂ ਨਿਤਨੇਮ ਕਰਨਾ ਸਿੱਖਿਆ ਉਸ ਤੋਂ ਬਾਅਦ ਮੈਂ ਸੋਚਿਆ ਵੀ ਇੱਥੇ ਹੀ ਟਿਕੇ ਰਹਿਣਾ ਜਾਂ ਹੋਰ ਵੀ ਕੁਝ ਕਰਨਾ। ਫਿਰ ਮਨ ਦੇ ਅੰਦਰ ਆਇਆ ਵੀ ਮੈਨੂੰ ਇੱਕ ਸਹਿਜ ਪਾਠ ਜਿਹੜਾ ਕਰਨਾ ਚਾਹੀਦਾ। ਕਹਿਣ ਲੱਗੇ ਜਦੋਂ 2-4 ਸਹਿਜ ਪਾਠ ਵੀ ਕਰ ਲਏ, ਫਿਰ ਮੈਂ ਮਨ ਦੇ ਵਿੱਚ ਸੋਚਿਆ ਵੀ ਹੁਣ ਮੈਨੂੰ ਵਿਦ ਮੀਨਿੰਗ ਬਾਣੀ ਦਾ ਇੱਕ ਪਾਠ ਕਰਨਾ ਚਾਹੀਦਾ। ਜਦੋਂ ਬਾਣੀ ਵਿਦ ਮੀਨਿੰਗ ਪੜ੍ਹੀ, ਫਿਰ ਥੋੜ੍ਹੀ ਜਿਹੀ ਹਿਸਟਰੀ ਤੋਂ ਪ੍ਰੇਰਨਾ ਲਈ ਤੇ ਕਹਿਣ ਲੱਗੇ ਫਿਰ ਮੇਰਾ ਦਿਲ ਕੀਤਾ ਵੀ ਹੁਣ ਜਿਹੜਾ ਮੈਨੂੰ ਨਾ ਇੱਕ ਜਥੇਬੰਦੀ ਬਣਾ ਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆਈਡੀਓਲੋਜੀ ਹੈ ਉਹਨੂੰ ਇੱਕ ਤਾਂ ਕੰਟੀਨਿਊ ਸਮਝਣਾ ਹੀ ਚਾਹੀਦਾ ਰੋਜ਼ ਆਪ, ਕਿਉਂਕਿ ਭਗਤੀ ਦਾ ਗਿਆਨ ਦਾ ਜਿਹੜਾ ਕਦੇ ਵੀ ਅੰਤ ਨਹੀਂ ਆਉਂਦਾ। ਇੱਥੋਂ ਤੱਕ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੀ ਘਟਨਾ ਹੈ। ਕਹਿੰਦੇ ਨੇ ਭਾਈ ਮਰਦਾਨਾ ਜੀ ਨੇ ਉਹਨਾਂ ਤੇ ਸਵਾਲ ਕੀਤਾ ਸੀ ਕਿ ਆਮ ਲੋਕ ਰੱਬ ਦੀ ਭਗਤੀ ਕਰਦੇ ਨੇ ਰੱਬ ਨੂੰ ਮਿਲਣ ਵਾਸਤੇ, ਪਰ ਤੁਸੀਂ ਤੇ ਪਹਿਲਾਂ ਹੀ ਮਿਲੇ ਹੋਏ ਹੋ, ਰੱਬ ਦਾ ਰੂਪ ਹੋ। ਤੁਸੀਂ ਤੇ ਜਿੰਨੀਆਂ ਬੰਦਾ ਧਰਮ ਦੇ ਵਿੱਚ ਪ੍ਰਾਪਤੀਆਂ ਕਰਨਾ ਚਾਹੁੰਦਾ ਉਹ ਤੁਸੀਂ ਪਰਫੈਕਟ ਹੋ, ਪਹਿਲਾਂ ਹੀ ਪ੍ਰਾਪਤੀਆਂ ਸਾਰੀਆਂ ਹੋ ਚੁੱਕੀਆਂ। ਜੇ ਬੰਦਾ ਇਨਸਾਨੀਅਤ ਵਾਲੇ ਗੁਣ ਸਿੱਖਣਾ ਚਾਹੇ ਉਹ ਸਾਰੇ ਤੁਹਾਡੇ ਅੰਦਰ ਨੇ। ਜੇ ਗਿਆਨ ਦੀ ਗੱਲ ਕਰੀਏ ਤੁਹਾਡੇ ਤੋਂ ਗਿਆਨ ਜ਼ਿਆਦਾ ਕਿਸੇ ਕੋਲ ਨਹੀਂ ਹੈ। ਜੇ ਮਨੁੱਖਤਾ ਦੀ ਸੇਵਾ ਕਰੀਏ ਦੀ ਗੱਲ ਕਰੀਏ ਉਹ ਵੀ ਤੁਸੀਂ ਸਭ ਤੋਂ ਵੱਧ ਜਿਹੜੀ ਕਰ ਰਹੇ ਹੋ। ਤੇ ਤੁਹਾਨੂੰ ਕੀ ਲੋੜ ਪੈਂਦੀ ਰੋਜ਼ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਨ ਦੀ। ਤੇ ਹਜ਼ੂਰ ਕਹਿੰਦੇ ਨੇ ਜਿਵੇਂ ਬਾਣੀ ਦੇ ਅੰਦਰ ਨਾਨਕ ਨਿਰਗੁਣ ਗੁਣ ਕਰੇ। ਜੇ ਤੇ ਸਿਮਰਨ ਦੇ ਵਿੱਚ ਬੰਦਾ ਜੁੜਨ ਵਾਲਾ ਬਿਲਕੁਲ ਕੋਈ ਗੁਣ ਨਹੀਂ ਹੈ ਉਹਦੇ ਅੰਦਰ, ਤੇ ਅਕਾਲ ਪੁਰਖ ਵਾਹਿਗੁਰੂ ਨਿਰਗੁਣਾਂ ਦੇ ਅੰਦਰ ਗੁਣ ਪੈਦਾ ਕਰ ਦਿੰਦੇ ਨੇ। ਤੇ ਜੇ ਬੰਦਾ ਗੁਣਵਾਨ ਹੈ, ਜਿੱਡਾ ਮਰਜ਼ੀ ਗੁਣਵਾਨ ਹੋਵੇ, ਉਹ ਗੁਣਾਂ ਦਾ ਰੱਬ ਦੀ ਭਗਤੀ ਦਾ ਕਦੇ ਐਂਡ ਨਹੀਂ ਹੁੰਦਾ। ਅਸਲ ਦੇ ਵਿੱਚ ਗੁਣਵੰਤਿਆਂ ਗੁਣ ਦੇ ਗੁਣਵਾਨਾਂ ਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੋਰ ਗੁਣਵਾਨ ਬਣਾ ਦਿੰਦਾ। ਇਸ ਕਰਕੇ ਹਜ਼ੂਰ ਕਹਿਣ ਲੱਗੇ ਵੀ ਭਾਈ ਮਰਦਾਨਾ ਜੀ, ਰੱਬ ਗੁਣਾਂ ਦਾ ਏਡਾ ਵੱਡਾ ਸਮੁੰਦਰ ਹੈ ਵੀ ਉਹਦਾ ਕਦੇ ਵੀ ਅੰਤ ਨਹੀਂ ਆਣਾ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਵੀ ਬੰਦਾ ਕਹੇ ਵੀ ਹੁਣ ਮੇਰੀ ਭਗਤੀ ਪੂਰੀ ਹੋ ਗਈ, ਹੁਣ ਤੇ ਮੈਂ ਸਾਰਾ ਕੁਝ ਜਿਹੜਾ ਜਾਣ ਲਿਆ, ਤੇ ਅਸਲ ਦੇ ਵਿੱਚ ਹੁਣ ਮੈਨੂੰ ਅੱਗੇ ਲੋੜ ਨਹੀਂ ਰਹੀ। ਇਸ ਕਰਕੇ ਧਰਮ ਜਿਹੜਾ ਹੈ ਸਲੋ ਪ੍ਰੋਸੈਸ ਵੀ ਇਹ ਵੀ ਲਗਾਤਾਰ ਇੱਕ ਵਾਰੀ ਜੁੜ ਜਾਣਾ ਤੇ ਸਾਰੀ ਜ਼ਿੰਦਗੀ ਜਿਹੜਾ ਉਸ ਸਿਮਰਨ ਦੇ ਵਿੱਚ ਉਹਦੀ ਭਗਤੀ ਦੇ ਵਿੱਚ ਜੁੜੇ ਰਹਿਣਾ। ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੀਆਂ ਐਗਜ਼ਾਮਪਲਾਂ ਸਾਡੀ ਡੇ ਟੂ ਡੇ ਲਾਈਫ ਦੇ ਵਿੱਚੋਂ ਦੇ ਕੇ ਉਹਨਾਂ ਨੇ ਕਿਹਾ ਕਿਵੇਂ ਸਾਨੂੰ ਸਦਾ ਹੀ ਗੁਰਬਾਣੀ ਦੇ ਨਾਲ ਜੁੜੇ ਰਹਿਣਾ ਚਾਹੀਦਾ। ਉਹਨਾਂ ਨੇ ਪਹਿਲੀ ਉਦਾਹਰਨ ਦਿੱਤੀ, ਕਹਿੰਦੇ ਨੇ ਪੇਖਤ ਪੇਖਤ ਜੈਸੇ ਰਤਨ ਪਾਰਕ ਹੋਤ। ਜਿਹੜਾ ਇੱਕ ਰਤਨਾਂ ਦੀ ਪਰਖ ਕਰਨ ਵਾਲਾ ਜਮੋਲੋਜਿਸਟ ਹੈ, ਵੀ ਜਿਹਨੂੰ ਜੈਮਸ ਦੇ ਬਾਰੇ ਰਤਨਾਂ ਦੇ ਬਾਰੇ ਪਤਾ ਵੀ ਕਿਹੜਾ ਕਿੰਨੀ ਕੀਮਤ ਰੱਖਦਾ ਹੈ ਤੇ ਇਹਦੀ ਮਾਰਕੀਟ ਦੇ ਵਿੱਚ ਵੈਲਿਊ ਕਿੰਨੀ, ਉਹ ਬਣਨ ਦੇ ਲਈ ਬੰਦਾ ਇੱਕ ਦਿਨ ਦੇ ਵਿੱਚ ਨਹੀਂ ਬਣ ਜਾਂਦਾ ਵੀ ਪਹਿਲੇ ਦਿਨ ਜਾਏ ਤੇ ਉਦੋਂ ਹੀ ਬਣ ਜਾਏ। ਉਹਨੂੰ ਲਗਾਤਾਰ ਉਸ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਪੈਂਦਾ ਤੇ ਕੱਚੇ ਜਾਂ ਅਸਲੀ ਰਤਨ
ਤੇ ਉਹਨੂੰ ਉਹਨਾਂ ਦੇ ਵਿੱਚੋਂ ਫਰਕ ਕਰਨਾ ਸਿੱਖਣਾ ਪੈਂਦਾ। ਕਈ ਸਾਲਾਂ ਦਾ ਅਭਿਆਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਕਿ ਅਸਲੀ ਡਾਇਮੰਡ ਕੀ ਹੈ ਤੇ ਨਕਲੀ ਡਾਇਮੰਡ ਦੀ ਥਾਂ ਤੇ ਕੀ ਕੁਝ ਮਾਰਕੀਟ ਦੇ ਵਿੱਚ ਚੱਲਦਾ ਪਿਆ। ਇਸੇ ਤਰ੍ਹਾਂ ਕਹਿੰਦੇ ਨੇ ਸੁਨਤ ਸੁਨਤ ਜੈਸੇ ਪੰਡਤ ਪ੍ਰਵੀਨ ਹੈ। ਜੇ ਕਿਸੇ ਨੇ ਸਕਾਲਰ ਬਣਨਾ ਕਿਸੇ ਵੀ ਟੌਪਿਕ ਤੇ, ਉਹ ਵੀ 1-2 ਦਿਨ ਦੇ ਵਿੱਚ ਨਹੀਂ ਬਣ ਜਾਂਦਾ। ਉਹਦੇ ਲਈ ਵੀ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਭਾਸ਼ਾ ਨੂੰ ਵੀ ਸਿੱਖਣਾ ਹੋਵੇ ਨਾ, ਅਜੇ ਮੰਨ ਲਓ ਇੱਥੇ ਆ ਕੇ ਬੰਦਾ ਇੰਗਲਿਸ਼ ਬੋਲਦਾ ਹੈ ਤੇ ਉਹਨੂੰ ਥੋੜ੍ਹੇ ਚਿਰ ਜਿਹੜੀ ਗੱਲਬਾਤ ਕਰਨੀ ਤੇ ਬੰਦਾ ਸਿੱਖ ਜਾਂਦਾ ਹੈ। ਪਰ ਕਿਸੇ ਵੀ ਭਾਸ਼ਾ ਦੇ ਵਿੱਚ ਐਕਸਪਰਟ ਹੋਣਾ ਹੋਵੇ ਤੇ ਬੰਦੇ ਨੂੰ 15-18 ਸਾਲ ਚਾਹੀਦੇ ਨੇ ਤਕਰੀਬਨ, ਜਿਹੜੇ ਲਗਾਤਾਰ ਲਾ ਕੇ ਡੀਪਲੀ ਜਿਹੜਾ ਬੰਦਾ ਸਮਝਣ ਦੇ ਕਾਬਿਲ ਹੁੰਦਾ ਹੈ। ਇਸੇ ਤਰ੍ਹਾਂ ਕਿਸੇ ਟੌਪਿਕ ਨੂੰ ਸਮਝਣਾ ਹੋਵੇ, ਧਰਮ ਨੂੰ ਵੀ ਸਮਝਣਾ ਹੋਵੇ ਤੇ ਲਗਾਤਾਰ ਸਾਨੂੰ ਸਰਵਨ ਕਰਨਾ ਪੈਂਦਾ। ਔਰ ਕਈ ਵਿਦਵਾਨਾਂ ਨੂੰ ਸੁਣਨ ਤੋਂ ਬਾਅਦ ਇੱਕ ਦਿਨ ਬੰਦਾ ਆਪ ਵੀ ਉਸ ਤਰ੍ਹਾਂ ਦਾ ਵਿਦਵਾਨ ਭਾਈ ਗੁਰਦਾਸ ਜੀ ਕਹਿੰਦੇ ਨੇ ਬਣ ਜਾਂਦਾ ਹੈ। ਤੇ ਤੀਸਰੀ ਉਦਾਹਰਨ ਉਹਨਾਂ ਨੇ ਦਿੱਤੀ ਹੈ, ਸੂੰਗਤ ਸੂੰਗਤ ਸੋਦਾ ਜੈਸੇ ਤੋਂ ਸੁਬਾਸੀ ਹੋਤ। ਜਿਵੇਂ ਇੱਕ ਪਰਫਿਊਮਿਸਟ ਹੈ, ਅਸਲ ਦੇ ਵਿੱਚ ਉਹ ਵੀ ਇੱਕ ਦਿਨ ਦੇ ਵਿੱਚ ਨਹੀਂ ਬਣਦਾ। ਹਰ ਪ੍ਰੋਫੈਸ਼ਨ ਦੇ ਵਿੱਚ ਕਈ ਵਾਰੀ ਕਈ ਸਾਲ ਜਿਹੜਾ ਉਹਨੂੰ ਉਹਦੇ 'ਤੇ ਤਜਰਬਾ ਕਰਨਾ ਪੈਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਇੱਕ ਦਿਨ ਉਹ ਆਪਣੇ ਕੰਮ ਦੇ ਵਿੱਚ ਜਿਹੜਾ ਐਕਸਪਰਟ ਹੋ ਜਾਂਦਾ ਹੈ। ਤੇ ਅੱਗੇ ਚੱਲ ਕੇ ਜ਼ਿਕਰ ਕੀਤਾ, ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ। ਭਾਵੇਂ ਰਾਗ ਵਿਦਿਆ ਨੂੰ ਹਾਸਲ ਕਰਨਾ ਹੈ, ਕਿਸੇ ਨੇ ਬਾਣੀ ਦਾ ਕੀਰਤਨ ਸਿੱਖਣਾ ਹੈ ਤੇ ਬਾਣੀ ਦਾ ਕੀਰਤਨ ਕਈ ਵਾਰੀ ਸਾਨੂੰ ਕਈ ਸਾਲਾਂ ਦੇ ਅਭਿਆਸ ਤੋਂ ਬਾਅਦ ਪਤਾ ਲੱਗਦਾ ਵੀ ਇਹ ਰਾਗੀ ਬੜਾ ਐਕਸਪਰਟ ਹੈ। ਪਰ ਜਿੰਨਾ ਉਹ ਐਕਸਪਰਟ ਹੋਵੇ ਉਸ ਤੋਂ ਪਹਿਲਾਂ ਉਹਨਾਂ ਨੇ ਕਈ ਸਾਲ ਉਹਦੇ ਵਿੱਚ ਗੁਜ਼ਾਰੇ ਹੁੰਦੇ ਨੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਲਿਖਤ ਲਿਖਤ ਲੇਖ ਜੈਸੇ ਤੋਂ ਲੇਖਕ ਹੋਤ। ਇਸੇ ਤਰ੍ਹਾਂ ਜੇ ਕਿਸੇ ਨੇ ਰਾਈਟਰ ਬਣਨਾ, ਉਹ ਵੀ ਇੱਕ ਦਿਨ ਦੇ ਵਿੱਚ ਨਹੀਂ। ਸਿੱਖੀਜ਼ਮ ਦੇ ਅੰਦਰ ਸਰਦਾਰ ਖੁਸ਼ਵੰਤ ਸਿੰਘ ਜੀ ਨੇ ਬੜੇ ਇੰਟਰਨੈਸ਼ਨਲ ਲੈਵਲ ਦੇ ਰਾਈਟਰ ਸਨ ਤੇ ਜਦੋਂ 300 ਸਾਲਾਂ ਦੇ ਦੌਰਾਨ ਉਹਨਾਂ ਨੂੰ ਆਨਰ ਆਫ ਖਾਲਸਾ ਦਾ ਅਵਾਰਡ ਵੀ ਦਿੱਤਾ ਗਿਆ। ਤੇ ਉਹਨਾਂ ਨੇ ਬੜੇ ਕਮਾਲ ਦੀ ਗੱਲ ਕੀਤੀ। ਕਹਿਣ ਲੱਗੇ, ਇੱਕ ਵਾਰੀ ਨਾ ਇੱਕ ਲੇਖਕਾਂ ਦਾ ਇੰਟਰਵਿਊ ਆ ਰਿਹਾ ਸੀ ਤੇ ਸਿੱਖ ਪਰਿਵਾਰ ਤੋਂ ਹੋਣ ਕਰਕੇ ਕਹਿਣ ਲੱਗੀ, ਮੈਨੂੰ ਨਾ ਸਕੂਲ ਦੇ ਵਿੱਚ ਜਿਹੜਾ ਖਾਸ ਕਰਕੇ ਬੁਲੀ ਕੀਤਾ ਗਿਆ, ਮੈਨੂੰ ਜਦੋਂ ਤੰਗ ਕੀਤਾ ਗਿਆ ਤੇ ਮੈਂ ਉਹਨਾਂ ਨੂੰ ਜਾ ਕੇ ਗੱਲ ਦੱਸੀ। ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਗੱਲ ਤੇਰੇ ਨਾਲ ਵਾਪਰੀ ਹੈ ਨਾ, ਜੋ ਤੇਰੇ ਨਾਲ ਦੇ ਸਾਥੀਆਂ ਨੇ ਕੀਤਾ, ਉਹ ਤੂੰ ਮੈਨੂੰ ਜ਼ਬਾਨੀ ਨਾ ਦੱਸ, ਇੱਕ ਲਿਖ ਕੇ ਦੱਸ। ਤੇ ਉਹਨਾਂ ਨੇ ਲਿਖ ਦਿੱਤਾ ਉਹਦੇ ਉੱਤੇ ਵੀ ਮੇਰੇ ਨਾਲ ਜੋ ਕੁਝ ਵਾਪਰਿਆ। ਉਹ ਅਖਬਾਰਾਂ ਦੇ ਵਿੱਚ ਲਾ ਦਿੱਤਾ ਤੇ ਕਹਿਣ ਲੱਗੇ ਐਪਰੀਸ਼ੀਏਸ਼ਨ ਬੜੀ ਮਿਲੀ। ਫਿਰ ਬਾਅਦ ਦੇ ਵਿੱਚ ਜ਼ਿੰਦਗੀ ਦੀ ਇੱਕ ਆਮ ਘਟਨਾ ਵੀ ਮੇਰੇ ਨਾਲ ਵਾਪਰਦੀ ਰਹੀ ਨਾ, ਤੇ ਉਹਨੂੰ ਮੈਂ ਸ਼ਬਦਾਂ ਦੇ ਵਿੱਚ ਲਿਖ ਕੇ ਜਿਹੜਾ ਰੂਪ ਦਿੱਤਾ। ਤੇ ਉਸ ਤੋਂ ਬਾਅਦ ਉਹ ਬੜੀ ਫੇਮਸ ਜਿਹੜੀ ਲੇਖਿਕਾ ਬਣ ਗਈ। ਕਹਿਣ ਤੋਂ ਮੁਰਾਦ ਜਦੋਂ ਵੀ ਕੋਈ ਆਰਟੀਕਲ ਲਿਖਣਾ ਸ਼ੁਰੂ ਕਰਦਾ ਹੈ, ਪਹਿਲੀ ਵਾਰੀ ਉਹਦੇ ਆਰਟੀਕਲ ਦੇ ਵਿੱਚ ਓਨਾ ਗਿਆਨ ਦਾ ਲੈਵਲ ਨਹੀਂ ਹੁੰਦਾ ਤੇ ਹੋ ਸਕਦਾ ਭਾਸ਼ਾ ਦੇ ਤੌਰ ਤੇ ਬੜੀਆਂ ਗਲਤੀਆਂ ਬੰਦਾ ਕਰੇ। ਪਰ ਜਦੋਂ ਉਹ ਲਗਾਤਾਰ ਅਭਿਆਸ ਕਰ ਲੈਂਦਾ ਹੈ, ਫਿਰ ਉਹ ਐਕਸਪਰਟ ਹੋ ਜਾਂਦਾ ਹੈ। ਤੇ ਭੋਗਤ ਭੋਗਤ ਜੈਸੇ ਭੋਗੀ ਭੋਗ ਰਸ ਭੀਨ ਹੈ ਭਾਈ, ਚਾਖਤ ਚਾਖਤ ਜੈਸੇ ਭੋਗ ਰਸ ਭੀਨ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਇਸੇ ਤਰ੍ਹਾਂ ਕੋਈ ਬੰਦਾ ਜਿਹੜਾ ਟੇਸਟ ਓਰੀਐਂਟਡ ਹੋਵੇ, ਕਈ ਪਦਾਰਥਾਂ ਨੂੰ ਚੱਖਦਿਆਂ ਉਹਨੂੰ ਪਤਾ ਲੱਗ ਜਾਂਦਾ ਵੀ ਆਹ ਫਲਾਣੇ ਰੈਸਟੋਰੈਂਟ ਤੇ ਫਲਾਣੀ ਵਧੀਆ ਚੀਜ਼ ਬਣਦੀ, ਫਲਾਣੀ ਥਾਂ ਤੇ ਆਹ ਫਲਾਣੀ ਚੀਜ਼ ਦਾ ਟੇਸਟ ਹੈ। ਤੇ ਅਸਲ ਵਿੱਚ ਚਲਤ ਚਲਤ ਜੈਸੇ ਪਹੁੰਚੋ ਟਿਕਾਣੋ ਜਾਏ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਜਿਵੇਂ ਕੋਈ ਬੰਦਾ ਆਪਣੀ ਮੰਜ਼ਿਲ ਤੇ ਸ਼ੁਰੂ ਹੋਵੇ ਤੇ ਚਲਦਿਆਂ ਹੀ ਇੱਕ ਦਿਨ ਉੱਥੇ ਮੰਜ਼ਿਲ ਤੇ ਪਹੁੰਚਦਾ ਹੈ। ਇਸੇ ਤਰ੍ਹਾਂ ਖੋਜਤ ਖੋਜਤ ਜੈਸੇ ਗੁਰ ਸ਼ਬਦ ਲਿਵਲੀਨ ਹੈ। ਜਦੋਂ ਬਾਣੀ ਨੂੰ ਰੋਜ਼ ਹੀ ਬੰਦਾ ਖੋਜਣ ਦੀ ਆਦਤ ਪਾ ਜਾਏ, ਜਿਹਨੂੰ ਗੁਰੂ ਸਾਹਿਬ ਜੀ ਨੇ ਵੀ ਹੁਕਮ ਕੀਤਾ ਸੀ ਰੋਜ਼ ਪੜ੍ਹਨੇ ਆ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ। ਤੇ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦੇ ਜਿਹੜੇ ਚਰਨ ਨੇ ਅਕਾਲ ਪੁਰਖ ਵਾਹਿਗੁਰੂ ਦੇ, ਉਹ ਹੈ ਗੁਰੂ ਦਾ ਸ਼ਬਦ।
ਗੁਰੂ ਦੇ ਸ਼ਬਦ ਦੇ ਨਾਲ ਸਾਡਾ ਮਨ ਜੁੜਿਆ ਰਹੇ। ਤੇ ਹਜ਼ੂਰ ਕਹਿੰਦੇ ਨੇ ਬਸ ਰਹੇ ਹਿਰਦਾ ਗੁਰ ਚਰਨ ਪਿਆਰੇ, ਤੇ ਮੇਰੇ ਪਿਆਰੇ ਗੁਰੂ ਦੇ ਪਿਆਰੇ ਚਰਨ ਮੇਰੇ ਹਿਰਦੇ ਦੇ ਵਿੱਚ ਵਸਦੇ ਨੇ। ਹੁਣ ਇਸ ਕਰਕੇ ਸਿਮਰ ਮਨਾ RAM ਨਾਮ ਚਿਤਾਰੇ, ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨੂੰ ਟਿਕਾ ਕੇ ਰੱਖ। ਤੇ ਯਾਦ ਨੂੰ ਪਹਿਲਾਂ ਅਸੀਂ ਜ਼ੁਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਤੇ ਇੱਕ ਦਿਨ ਦੂਸਰੀ ਅਵਸਥਾ ਹੁੰਦੀ ਜਦੋਂ ਸਾਡੇ ਕੋਲ ਗਿਆਨ ਵੀ ਹੁੰਦਾ, ਯਾਦ ਵੀ ਹੁੰਦੀ, ਫਿਰ ਜਾਪ ਸੋ ਅਜਪਾ ਜਾਪੈ। ਜਿੱਥੇ ਵੀ ਬੰਦਾ ਹੋਵੇ ਫਿਰ ਉਠਤ ਬੈਠਤ ਸੋਬਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਸ਼ਰਵਣ ਸੁਣੀਜੈ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲਤਾ। ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਕਹਿੰਦੇ ਨੇ ਇਹਨਾਂ ਦੀ ਆਪਸ ਵਿੱਚ ਬੜੀ ਦੋਸਤੀ ਸੀ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਭਲਕੇ ਉਠ ਤਰਲੋਚਨ ਆਵੈ, ਦਰਸ਼ਨ ਦੇਖਣ ਨਾਮਦੇਵ। ਭਗਤ ਨਾਮਦੇਵ ਜੀ ਦੇ ਦਰਸ਼ਨ ਕਰਨ ਦੇ ਲਈ ਤੇ ਜਦ ਬਹਿ ਕੇ ਭਗਤੀ ਕਰਨ, ਭਗਤ ਕਰਨ ਮਿਲ ਦੋਏ ਜਣੇ, ਨਾਮਦੇਵ ਹਰ ਚਲਤ ਸੁਣਾਵੇ। ਭਗਤ ਨਾਮਦੇਵ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੌਤਕ, ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦੇ ਰਾਜ਼ ਭਗਤ ਤਰਲੋਚਨ ਜੀ ਦੇ ਨਾਲ ਖੋਲ੍ਹਦੇ ਨੇ। ਤੇ ਕਹਿੰਦੇ ਨੇ ਇਸ ਤਰ੍ਹਾਂ ਵਾਪਰਿਆ, ਇੱਕ ਦਿਨ ਭਗਤ ਨਾਮਦੇਵ ਜੀ ਦੇ ਕੋਲ ਆਏ, ਉਹ ਕੰਮ ਲੱਗੇ ਹੋਏ ਸਨ। ਤੇ ਭਗਤ ਤਰਲੋਚਨ ਜੀ ਨੇ ਇੱਕ ਸਵਾਲ ਉਹਨਾਂ ਦੇ ਉੱਤੇ ਕਰ ਦਿੱਤਾ। ਉਹਨਾਂ ਨੇ ਕਿਹਾ, ਨਾਮਾ ਮਾਇਆ ਮੋਹਿਆ ਕਹੈ ਤਰਲੋਚਨ ਮੀਤ, ਕਾਹੇ ਚੀਪੋ ਛਾਇਲੇ RAM ਨਾ ਲਾਵੋ ਚੀਤ। ਭਗਤ ਤਰਲੋਚਨ ਜੀ ਕਹਿਣ ਲੱਗੇ, ਭਗਤ ਨਾਮਦੇਵ ਜੀ ਮੈਂ ਹੁਣ ਕੁਝ ਦਿਨਾਂ ਤੋਂ ਵੇਖ ਰਿਹਾ ਵੀ ਤੁਸੀਂ ਕੰਮ ਦੇ ਵਿੱਚ ਬੜੇ ਰੁੱਝੇ ਰਹਿੰਦੇ ਹੋ। ਤੇ ਪਹਿਲਾਂ ਤੇ ਆਪਾਂ ਬਹਿ ਕੇ ਕਾਫੀ ਲੰਮਾ ਸਮਾਂ ਵਿਚਾਰ ਕਰਦੇ ਸੀ, ਹੁਣ ਲੱਗਦਾ ਮਾਇਆ ਨੇ ਮੋਹ ਲਿਆ, ਜਿਸ ਕਰਕੇ ਕੰਮ ਦਾ ਲਾਲਚ ਤੁਹਾਨੂੰ ਜਿਹੜਾ ਛੱਡਦਾ ਨਹੀਂ। ਤੇ ਉਹਨਾਂ ਨੇ ਜ਼ਿਕਰ ਕੀਤਾ ਸੀ ਆਪਣੀ ਬਾਣੀ ਦੇ ਅੰਦਰ ਵੀ, ਔਰ ਪੂਰਾ ਸ਼ਬਦ ਵੀ ਉਚਾਰਨ ਕੀਤਾ, ਨਾਮਾ ਕਹੈ ਤਲੋਚਨਾ ਮੁਖ ਤੇ RAM ਸਮਾਲ, ਹਾਥ ਪਾਂਵ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇ ਭਗਤ ਨਾਮਦੇਵ ਜੀ ਨੂੰ ਭਗਤ ਤਰਲੋਚਨ ਜੀ ਨੇ ਸਵਾਲ ਕੀਤਾ ਵੀ ਇਹ ਕਿਵੇਂ ਸੰਭਵ ਹੈ ਵੀ ਬੰਦਾ ਹੱਥਾਂ ਨਾਲ ਕੰਮ ਕਰ ਰਿਹਾ ਹੋਵੇ, ਸਰੀਰ ਨਾਲ ਕੰਮ ਕਰ ਰਿਹਾ ਹੋਵੇ, ਫਿਰ ਉਹਦਾ ਮਨ ਜਿਹੜਾ ਰੱਬ ਦੀ ਭਗਤੀ ਦੇ ਨਾਲ ਜੁੜਿਆ ਰਹੇ। ਤੇ ਉਹਨਾਂ ਨੇ ਬੜੇ ਕਮਾਲ ਦੀਆਂ ਐਗਜ਼ਾਮਪਲਸ ਦੇ ਕੇ ਭਗਤ ਨਾਮਦੇਵ ਜੀ ਨੇ ਸਮਝਾਇਆ। ਉਹ ਕਹਿੰਦੇ ਨੇ ਮਨ RAM ਨਾਮਾ ਬੇਦੀਲੇ, ਮੇਰਾ ਮਨ ਜਿਹੜਾ ਰੱਬ ਦੇ ਨਾਮ ਦੇ ਵਿੱਚ ਵਿੰਨਿਆ ਹੋਇਆ ਹੈ ਆਲਰੇਡੀ। ਜੈਸੇ ਕਨ ਕਲਾ ਚਿਤ ਮਾਂਡੀਲੇ, ਜਿਵੇਂ ਸੁਨਿਆਰੇ ਦੀ ਦੁਕਾਨ ਤੇ ਕੋਈ ਬੰਦਾ ਚਲਾ ਜਾਏ ਤੇ ਆਮ ਕਰਕੇ ਸੁਨਿਆਰਾ ਸਾਰੇ ਗਾਹਕਾਂ ਦੇ ਨਾਲ ਗੱਲ ਵੀ ਕਰਦਾ ਹੈ, ਕਿਉਂਕਿ ਉਹਦੀ ਦੁਕਾਨ ਤੇ ਪਏ ਹੋਏ ਸੋਨੇ ਦੇ ਗਹਿਣੇ ਬੜੇ ਕੀਮਤੀ ਹੁੰਦੇ ਨੇ। ਇੱਕ ਵੀ ਚੁੱਕਿਆ ਜਾਏ ਜਾਂ ਇੱਧਰ ਉੱਧਰ ਹੋ ਜਾਏ ਤੇ ਉਹਨੂੰ ਲੱਖਾਂ ਦਾ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਆਮ ਕਰਕੇ ਉਹ ਬੜੇ ਚਤੰਨ ਹੋ ਕੇ ਉੱਥੇ ਕੰਮ ਕਰਦਾ। ਉਹ ਸਾਰੇ ਗਾਹਕਾਂ ਦੇ ਨਾਲ ਗੱਲ ਕਰਦਿਆਂ ਹੋਇਆਂ ਆਪਣਾ ਕੋਠਾਲੀ ਦੇ ਵਿੱਚ ਰੱਖਿਆ ਹੋਇਆ ਸੋਨਾ ਉਹਦੇ ਉੱਤੇ ਬੜਾ ਧਿਆਨ ਕੰਸਨਟਰੇਟ ਕਰਕੇ ਰੱਖਦਾ, ਆਪਣੇ ਧਿਆਨ ਨੂੰ ਇੱਧਰ ਉੱਧਰ ਨਹੀਂ ਹੋਣ ਦਿੰਦਾ। ਇਸੇ ਤਰ੍ਹਾਂ ਦੂਸਰੀ ਐਗਜ਼ਾਮਪਲ ਬਾਬਾ ਨਾਮਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਦਿੱਤੀ। ਉਹ ਕਹਿੰਦੇ ਨੇ, ਆਨੀਲੇ ਕਾਗਦ ਕਾਟੀਲੇ ਗੁੱਡੇ, ਆਕਾਸ਼ ਮੱਦੇ ਭਰੇ ਮੇਲੇ, ਪੰਜ ਜਨਾ ਸਿਓ ਬਾਤ ਬਤਹੁਆ, ਚੀਤ ਸੋ ਡੋਰੀ ਰਾਖੀਲੇ। ਜਿਵੇਂ ਬੱਚੇ ਜਿਹੜੇ ਪਤੰਗ ਬਣਾ ਕੇ ਅਸਮਾਨ ਦੇ ਵਿੱਚ ਉਡਾਉਂਦੇ ਨੇ, ਉਹਨਾਂ ਨੇ ਕਾਗਜ਼ ਲਿਆਂਦਾ, ਉਹਦਾ ਪਤੰਗ ਬਣਾਇਆ, ਅਸਮਾਨ ਦੇ ਵਿੱਚ ਉਡਾਇਆ, ਤੇ ਆਪਸ ਦੇ ਵਿੱਚ ਫਿਰ ਸੰਗੀ ਸਾਥੀਆਂ ਦੇ ਨਾਲ ਗੱਲਾਂ ਵੀ ਕਰਦੇ ਨੇ। ਗੱਲਾਂ ਕਰਦਿਆਂ ਹੋਇਆਂ ਮਨ ਜਿਹੜਾ ਇਕਾਗਰ ਉਸ ਪਤੰਗ ਦੀ ਡੋਰ ਦੇ ਨਾਲ ਹੁੰਦਾ ਹੈ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਜਗਿਆਸੂ ਨੂੰ, ਅਸਲ ਦੇ ਵਿੱਚ ਰੱਬ ਦੀ ਭਗਤੀ ਕਰਨ ਵਾਲੇ ਸੱਜਣ ਨੂੰ, ਕਿ ਜੇ ਬੰਦਾ ਭਾਵੇਂ ਦੁਨਿਆਵੀ ਕੰਮਾਂ ਦੇ ਵਿੱਚ ਹੋਵੇ, ਉਹ ਕੰਮ ਕਰਦਿਆਂ ਹੋਇਆਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਆਪਣੀ ਲਿਵ ਜੋੜ ਸਕਦਾ ਹੈ।
ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੀ ਸਰਕਾਰ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਸਰੋਵਰ ਦੀ ਸੇਵਾ ਹੋ ਰਹੀ ਸੀ ਤੇ ਹਰਮੰਦਰ ਸਾਹਿਬ ਦੀ ਇਮਾਰਤ ਦੀ ਉਸਾਰੀ ਹੋ ਰਹੀ ਸੀ। ਉੱਥੇ ਇੱਕ ਸੂਫੀ ਫਕੀਰ ਆਇਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ। ਉਹ ਜਦੋਂ ਆਇਆ ਤੇ ਆ ਕੇ ਉਹਨੇ ਜਿਹੜਾ ਮਨ ਦੇ ਵਿੱਚ ਪਹਿਲਾਂ ਹੀ ਜਿਹੜੀ ਇਮੇਜਿਨ ਕੀਤਾ ਹੋਇਆ ਸੀ ਵੀ ਜਦੋਂ ਮੈਂ ਗੁਰੂ ਸਾਹਿਬ ਜੀ ਦੇ ਕੋਲ ਜਾਵਾਂਗਾ ਤੇ ਇੱਕ ਬਹੁਤ ਵੱਡਾ ਹਾਲ ਹੋਏਗਾ, ਉੱਥੇ ਸਾਰੇ ਸਿੱਖ ਬੈਠੇ ਹੋਣਗੇ, ਸਾਧ ਸੰਤ ਹੋਰ ਬੈਠੇ ਹੋਣਗੇ, ਗੁਰੂ ਸਾਹਿਬ ਜੀ ਨੇ ਹੱਥ ਦੇ ਵਿੱਚ ਇੱਕ ਮਾਲਾ ਵੀ ਲਈ ਹੋਏਗੀ ਤੇ ਉਹ ਲਗਾਤਾਰ ਜਿਹੜਾ ਭਗਤੀ ਦੇ ਵਿੱਚ ਜੁੜੇ ਹੋਣਗੇ। ਆਪਣੇ ਵੱਲੋਂ ਉਹਨੇ ਇਮੇਜ ਇਸ ਤਰ੍ਹਾਂ ਦੀ ਬਣਾਈ ਹੋਈ ਸੀ। ਤੇ ਜਦੋਂ ਉਹ ਆਇਆ ਉਹਨੇ ਵੇਖਿਆ ਕਿ ਸਰੋਵਰ ਦੀ ਉਸਾਰੀ ਹੋ ਰਹੀ ਹੈ, ਹਰਮੰਦਰ ਸਾਹਿਬ ਦੀ ਇਮਾਰਤ ਦੀ ਉਸਾਰੀ ਹੋ ਰਹੀ ਹੈ ਤੇ ਗੁਰੂ ਸਾਹਿਬ ਆਪ ਆ ਕੇ ਬਾਬਾ ਬੁੱਢਾ ਜੀ ਹੋਰ ਭਾਈ ਗੁਰਦਾਸ ਜੀ ਸਾਰੇ ਸੇਵਾ ਕਰ ਰਹੇ ਨੇ ਉੱਥੇ। ਤੇ ਉਹਨਾਂ ਸਾਰਾ ਦਿਨ ਵੇਖਦਾ ਰਿਹਾ ਵੀ ਜਦੋਂ ਟਾਈਮ ਮਿਲੇ ਗੁਰੂ ਸਾਹਿਬ ਜੀ ਜਿਵੇਂ ਹਾਥ ਪਾਮ ਕਰ ਕਾਮ ਸਭ ਚੀਤ ਨਿਰੰਜਨ ਨਾਲ, ਗੁਰੂ ਸਾਹਿਬ ਜੀ ਦਾ ਤਾਂ 24 ਘੰਟੇ ਚਿੱਤ ਰੱਬ ਨਾਲ ਜੁੜਿਆ ਹੀ ਹੋਇਆ। ਜਦੋਂ ਸ਼ਾਮ ਦਾ ਸਮਾਂ ਹੋਇਆ ਨਾ, ਉਸ ਸਮੇਂ ਗੁਰੂ ਸਾਹਿਬ ਜੀ ਨੇ ਮਜ਼ਦੂਰਾਂ ਦੀ ਤੇ ਜਾਂ ਕੁਝ ਮਿਸਤਰੀ ਹੁੰਦੇ ਸੀ ਉਹਨਾਂ ਦੀ ਛੁੱਟੀ ਕੀਤੀ ਵੀ ਹੁਣ ਜਿਹੜਾ ਸਮਾਂ ਹੋ ਗਿਆ ਰੱਬ ਦੀ ਭਗਤੀ ਦਾ। ਤੇ ਜਦੋਂ ਸ਼ਾਮ ਨੂੰ ਬਾਬਾ ਬੁੱਢਾ ਜੀ ਉਹਨਾਂ ਨੂੰ ਪੇ ਕਰਨ ਲੱਗੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਬਾਬਾ ਬੁੱਢਾ ਜੀ ਰੋਜ਼ ਜਿਹੜੇ ਮਜ਼ਦੂਰ ਆਉਂਦੇ ਸਨ, ਕਿਉਂਕਿ ਕੁਝ ਸੰਗਤਾਂ ਸੇਵਾ ਵੀ ਕਰਦੀਆਂ ਸੀ, ਤੇ ਜਿਹੜੇ ਮਿਸਤਰੀ ਹੁੰਦੇ ਸਨ ਉਹਨਾਂ ਨੂੰ ਜਿਹੜਾ ਮਾਇਆ ਦੇਣ ਦੀ ਗੱਲ ਜਿਹੜੀ ਰੋਜ਼ਾਨਾ ਕੀਤੀ ਜਾਂਦੀ ਸੀ, ਜੋ ਉਹਨਾਂ ਦਾ ਬਣਦਾ ਸੀ, ਉਹਨਾਂ ਨੇ ਕੰਮ ਕੀਤਾ, ਉਹ ਪੈਸਾ ਵੰਡਣ ਵਾਸਤੇ ਬਾਬਾ ਬੁੱਢਾ ਜੀ ਚਲੇ ਗਏ। ਤੇ ਉਹਨਾਂ ਮਿਸਤਰੀਆਂ ਨੇ ਕਿਹਾ ਵੀ ਅਸੀਂ ਮਾਇਆ ਤੇ ਭਾਵੇਂ ਲੈਨੇ ਆ, ਸਾਡਾ ਇਹ ਕਿਉਂਕਿ ਕੰਮ ਹੈ, ਪਰ ਸਾਡੇ ਮਨ ਦੀ ਸ਼ਰਧਾ ਵੀ ਜੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੇ ਹੱਥਾਂ ਦੇ ਨਾਲ ਮਾਇਆ ਦੇਣ ਨਾ ਤੇ ਸਾਡੇ ਘਰਾਂ 'ਚ ਬਰਕਤ ਰਹੇਗੀ। ਤੇ ਅਸੀਂ ਸੋਚਦੇ ਹਾਂ ਵੀ ਗੁਰੂ ਸਾਹਿਬ ਜੀ ਦੀ ਸਾਡੇ ਤੇ ਬੜੀ ਰਹਿਮਤ ਹੋਏਗੀ। ਤੇ ਗੁਰੂ ਸਾਹਿਬ ਜੀ ਨੂੰ ਜਦੋਂ ਬਾਬਾ ਬੁੱਢਾ ਜੀ ਨੇ ਦੱਸਿਆ ਵੀ ਮਜ਼ਦੂਰਾਂ ਨੇ ਕੁਝ ਮਿਸਤਰੀਆਂ ਨੇ ਵੀ ਇਹ ਗੱਲ ਕਹੀ ਹੈ, ਤੇ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਉਹਨਾਂ ਨੇ ਕੰਮ ਕੀਤਾ ਹੈ। ਤੇ ਗੁਰੂ ਸਾਹਿਬ ਆਪ ਵੰਡਣ ਲੱਗ ਪਏ ਫੜ ਕੇ। ਉਹ ਸੂਫੀ ਫਕੀਰ ਜਿਹੜਾ ਆਇਆ ਸੀ ਉਹ ਉੱਥੋਂ ਚਲਾ ਗਿਆ ਗੁੱਸੇ ਦੇ ਨਾਲ। ਮਨ ਦੇ ਅੰਦਰ ਉਹਦੇ ਸ਼ੰਕਾ ਸੀ, ਪਰ ਗੁਰੂ ਅੰਦਰ ਦੀਆਂ ਜਾਣਨ ਵਾਲਾ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਉਹਨੂੰ ਬੁਲਾ ਕੇ ਲਿਆਓ। ਬੁਲਾ ਕੇ ਲਿਆਂਦਾ ਗਿਆ। ਉਹ ਆ ਕੇ ਕਹਿਣ ਲੱਗਾ ਵੀ ਮੈਂ ਤਾਂ ਸੁਣਿਆ ਸੀ ਕਿ ਤੁਸੀਂ ਬੜੀ ਰੱਬ ਦੀ ਭਗਤੀ ਕਰਨ ਵਾਲੇ ਮਹਾਂਪੁਰਸ਼ ਹੋ, ਪਰ ਮੈਂ ਇੱਥੇ ਸਾਰਾ ਦਿਨ ਬਹਿ ਕੇ ਵੇਖਿਆ ਤੁਸੀਂ ਤੇ ਦੁਨਿਆਵੀ ਕੰਮ ਕਰਾ ਰਹੇ ਸੀ। ਦੁਨਿਆਵੀ ਕੰਮ ਕਰਦਿਆਂ ਹੋਇਆਂ ਤੁਹਾਡੇ ਕੋਲ ਤੇ ਮੈਨੂੰ ਲੱਗਦਾ ਸਮਾਂ ਹੀ ਨਹੀਂ ਰੱਬ ਦੀ ਭਗਤੀ ਕਰਨ ਲਈ। ਫਿਰ ਗੁਰੂ ਸਾਹਿਬ ਜੀ ਨੇ ਉੱਥੇ ਬਿਠਾ ਕੇ ਨਾ ਸਮਝਾਇਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਦਰ ਹੈ ਨਾ, ਪਹਿਲਾ ਜਿਹੜਾ ਅਸੂਲ ਹੈ ਧਰਮ ਦੀ ਕਿਰਤ ਕਰੋ। ਇੱਥੇ ਜੇ ਕੇਵਲ ਬਹਿ ਕੇ ਬੰਦਾ ਜਿਵੇਂ ਜੋਗੀ ਲੋਕ ਸੀ ਮੈਡੀਟੇਸ਼ਨ ਕਰਦਾ ਰਹੇ, ਤੇ ਜਦੋਂ ਉਹਨੂੰ ਆਮ ਆਪਣੇ ਕੱਪੜਿਆਂ ਦੀ ਲੋੜ ਪਏ, ਭੋਜਨ ਦੀ ਲੋੜ ਪਏ, ਜੋ ਸਰੀਰ ਦੀਆਂ ਜ਼ਰੂਰਤਾਂ ਉਹਨਾਂ ਦੀ ਲੋੜ ਪੈਂਦੀ ਹੈ, ਤੇ ਉਹ ਫਿਰ ਆਮ ਲੋਕਾਂ ਤੇ ਜਾ ਕੇ ਬੋਝ ਬਣਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿਣ ਲੱਗੇ ਧਾਰਮਿਕ ਬੰਦੇ ਨੂੰ ਪਹਿਲਾਂ ਤੇ ਇਕਨੋਮਿਕਲੀ ਇੰਡੀਪੈਂਡੈਂਟ ਹੋਣਾ ਜ਼ਰੂਰੀ, ਵੀ ਉਹ ਆਪਣਾ ਆਪ ਭਾਰ ਚੁੱਕ ਸਕਦਾ ਹੋਵੇ, ਉਹ ਸੁਸਾਇਟੀ ਤੇ ਸਮਾਜ ਦੇ ਉੱਤੇ ਬੋਝ ਨਾ ਬਣੇ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਰਾਹ ਜਿਹੜਾ ਬਿਲਕੁਲ ਵੱਖਰਾ ਹੈ। ਜਦੋਂ ਲਾਉਂਦਿਆਂ ਹੋਇਆਂ ਰੱਬ ਦੀ ਭਗਤੀ ਕਰਦਿਆਂ ਹੋਇਆਂ ਅਭਿਆਸ ਹੋ ਜਾਂਦਾ ਜਗਿਆਸੂ ਦਾ, ਫਿਰ ਉਹ ਜਿੱਥੇ ਵੀ ਹੋਵੇ ਉਹ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜਿਹੜਾ ਵੀ ਘਰ ਦਾ ਕੰਮ ਕਰਦਾ ਹੋਏਗਾ ਉਹਦਾ ਹਰ ਕੰਮ ਕਰਦਿਆਂ ਹੋਇਆਂ ਉਹ ਰੱਬ ਦੀ ਭਗਤੀ ਦੇ ਨਾਲ ਜੁੜਿਆ ਰਹੇਗਾ। ਮਸਕੀਨ ਜੀ ਇੱਕ ਬੜੇ ਕਮਾਲ ਦੀ ਗੱਲ ਕਹਿੰਦੇ ਹੁੰਦੇ ਸਨ। ਉਹ ਕਹਿੰਦੇ ਸੀ ਕਈਆਂ ਦੇ ਨਾ ਕੰਮ ਵੀ ਧੰਦਾ ਬਣ ਜਾਂਦਾ, ਕਈਆਂ ਦਾ ਅਸਲ ਦੇ ਵਿੱਚ ਸਿਮਰਨ ਕਰਦਿਆਂ ਵੀ ਮਨ ਮਾਇਆ ਦੇ ਵਿੱਚ ਖੁੱਭਿਆ ਰਹਿੰਦਾ। ਇਸ ਕਰਕੇ ਐਗਜ਼ਾਮਪਲ ਸੀ ਵੀ ਭਗਤ ਰਵਿਦਾਸ ਜੀ ਜੁੱਤੀਆਂ ਗੰਢਦੇ ਨੇ, ਪਰ ਜੁੱਤੀਆਂ ਗੰਢਣਾ ਵੀ ਉਹਨਾਂ ਦਾ ਜਿਹੜਾ ਸਿਮਰਨ ਬਣ ਜਾਂਦਾ ਅਸਲ ਦੇ ਵਿੱਚ, ਕਿਉਂਕਿ ਕੰਮ ਕਰਦਿਆਂ ਹੋਇਆਂ ਮਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਹੋਇਆ।
ਭਗਤ ਕਬੀਰ ਜੀ ਆਪਣੇ ਕੱਪੜੇ ਬੁਣਨ ਦਾ ਕੰਮ ਕਰਦੇ ਨੇ, ਪਰ ਉਹਨਾਂ ਦਾ ਉਹ ਜਿਹੜਾ ਕੰਮ ਵੀ ਹੈ ਉਹ ਵੀ ਅਸਲ ਦੇ ਵਿੱਚ ਰੱਬ ਦੀ ਭਗਤੀ ਬਣ ਜਾਂਦਾ, ਕਿਉਂਕਿ ਉਹ ਕੰਮ ਕਰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਤੇ ਲੋਕਾਂ ਦੇ ਨਾਲ ਫੇਅਰ ਕਰਨਾ, ਇਹ ਆਪਣੇ ਜੀਵਨ ਦੇ ਵਿੱਚ ਧਿਆਨ ਦੇ ਵਿੱਚ ਰੱਖਦੇ ਨੇ। ਇਸ ਕਰਕੇ ਅੱਜ ਦਾ ਜਿਹੜਾ ਸਮੁੱਚਾ ਸ਼ਬਦ ਹੈ, ਇਹਦੀਆਂ ਰਹਾਉ ਦੀਆਂ ਤੁਕਾਂ ਸਾਨੂੰ ਬਾਰ-ਬਾਰ ਇਹ ਪ੍ਰੇਰਨਾ ਕਰਦੀਆਂ ਨੇ ਕਿ ਸਿਮਰ ਮਨਾ। ਸਿਮਰ ਦਾ ਮਤਲਬ ਹੈ ਯਾਦ ਕਰ, ਹੈ ਮੇਰੇ ਮਨਾ ਮੇਰੀ ਜਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਰਾਮ ਨਾਮ ਚਿਤਾਰੇ, ਜਿਹੜਾ ਹਰ ਥਾਂ ਤੇ ਰਮਿਆ ਹੋਇਆ ਹੈ, ਉਹਨੂੰ ਆਪਣੇ ਮਨ ਦੇ ਵਿੱਚ ਚੇਤੇ ਦੇ ਵਿੱਚ ਰੱਖ। ਬਸ ਰਹੇ ਹਿਰਦਾ ਗੁਰ ਚਰਨ ਪਿਆਰੇ। ਗੁਰੂ ਦੇ ਪਿਆਰੇ ਚਰਨ, ਗੁਰੂ ਦੇ ਪਿਆਰੇ ਚਰਨ ਕੀ ਨੇ? ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ। ਤੇ ਜਦੋਂ ਅਸੀਂ 1430 ਪੰਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝ ਕੇ ਇਹ ਵਿਚਾਰਧਾਰਾ ਦੇ ਮੁਤਾਬਕ ਸਿਮਰਨ ਕਰਾਂਗੇ ਨਾ, ਅਸਲ ਦੇ ਵਿੱਚ ਸਾਡਾ ਉਹ ਸਿਮਰਨ ਹੋਏਗਾ ਜਦੋਂ ਬਾਣੀ ਦੇ ਮੁਤਾਬਕ ਅਸੀਂ ਜ਼ਿੰਦਗੀ ਬਤੀਤ ਕਰਨੇ ਆ। ਜਿਵੇਂ ਕੁਝ ਸਮਾਂ ਪਹਿਲਾਂ ਹੀ ਐਗਜ਼ਾਮਪਲ ਦੇ ਤੌਰ ਤੇ, ਜਿਵੇਂ ਕੋਈ ਸੱਜਣ ਸਵਾਲ ਕਰ ਰਹੇ ਸੀ ਕਿ ਅਸਲ ਦੇ ਵਿੱਚ ਕਿੰਨੇ ਘੰਟੇ ਬੰਦੇ ਨੂੰ ਸਿਮਰਨ ਕਰਨਾ ਚਾਹੀਦਾ, ਕਿੰਨੀਆਂ ਬਾਣੀਆਂ ਦਾ ਪਾਠ ਕਰਨਾ ਚਾਹੀਦਾ। ਗੁਰੂ ਸਾਹਿਬ ਬਾਣੀ ਦੇ ਅੰਦਰ ਜ਼ਿਕਰ ਕਰਦੇ ਨੇ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਧਿਆਈਆ ਹਰ ਪੁਰਖ ਨਿਰੰਜਨਾ। ਵੀ ਹੇ ਮਨਾ ਜੋ ਤੂੰ ਫੋਰ ਐਵਰ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ ਜੁੜਨਾ। ਤੇ ਜਿਹੜਾ ਬੰਦਾ ਗਿਣਤੀਆਂ ਮਿਣਤੀਆਂ ਕਰਦਾ ਨਾ, ਵੀ ਭਾਵੇਂ ਉਹ ਕਹੇ ਵੀ ਮੈਂ ਅੱਧਾ ਘੰਟਾ, ਪੌਣਾ ਘੰਟਾ, 2 ਘੰਟੇ ਸਿਮਰਨ ਕਰਦਾ, ਵੀ ਘੜੀ ਵੱਲ ਧਿਆਨ ਹੈ, ਭਾਵੇਂ ਬਾਣੀ ਗਿਣ ਕੇ ਪੜ੍ਹੇ ਵੀ ਇੰਨੀਆਂ ਬਾਣੀਆਂ ਦਾ ਪਾਠ ਕਰਨਾ, ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਤੂੰ ਗਣਤਾ ਕਿਨੈ ਨਾ ਪਾਇਓ, ਸੱਚੇ ਅਲਖ ਅਪਾਰਾ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਬੇਅੰਤ ਹੋ, ਤੁਹਾਡਾ ਭੇਦ ਨਹੀਂ ਲਖਿਆ ਜਾ ਸਕਦਾ। ਤੇ ਜਿਹੜਾ ਬੰਦਾ ਸਿਮਰਨ ਦੀਆਂ ਗਿਣਤੀਆਂ ਮਿਣਤੀਆਂ ਕਰਨ ਲੱਗ ਪਏ, ਉਹ ਬੰਦੇ ਨੇ ਅੱਜ ਤੱਕ ਅਕਾਲ ਪੁਰਖ ਨੂੰ ਕਦੇ ਵੀ ਪ੍ਰਾਪਤ ਨਹੀਂ ਕੀਤਾ। ਸਾਰੀ ਭਗਤਾਂ ਦੀ ਹਿਸਟਰੀ ਦੇ ਵਿੱਚ ਸਤਿਗੁਰ ਸੇਤੀ ਗਣਤ ਜੇ ਰੱਖਾ, ਤਿਸ ਦਾ ਹਲਤ ਪਲਤ ਸਭ ਗਿਆ। ਜੇ ਗੁਰੂ ਦੇ ਨਾਲ ਹੀ ਗਿਣਤੀਆਂ ਮਿਣਤੀਆਂ ਕਰਨ ਲੱਗ ਪਏ, ਅਸਲ ਦੇ ਵਿੱਚ ਉਹ ਇਹਦਾ ਮਤਲਬ ਹੈ ਉਹਦੇ ਅੰਦਰ ਪਿਆਰ ਨਹੀਂ। ਇਸੇ ਤਰ੍ਹਾਂ ਲੋਕ ਕਈ ਡੇਰਿਆਂ ਤੋਂ ਨਾਮ ਲੈ ਰਹੇ ਨੇ, ਉਹ 5 ਮੰਤਰ ਦੇ ਦਿੰਦੇ ਨੇ ਜਿਹੜੇ ਵੱਖ-ਵੱਖ ਲਫ਼ਜ਼, ਤੇ ਉਹ ਕਹਿ ਦਿੰਦੇ ਨੇ ਵੀ ਇਹ ਜਾ ਕੇ ਕਿਸੇ ਨੂੰ ਦੱਸਣਾ ਨਹੀਂ। ਹਾਲਾਂਕਿ ਸਾਡਾ ਜਿਹੜਾ ਗੁਰੂ ਸਾਹਿਬ ਜੀ ਨੇ ਨਾਮ ਬਖਸ਼ਿਸ਼ ਕੀਤਾ, ਉਹ ਹੈ ਆਪ ਜਪੋ ਅਵਰਾ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ। ਇਸ ਕਰਕੇ ਗੁਰੂ ਸਾਹਿਬ ਜੀ ਨੇ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕੀਤਾ ਹੈ, ਆਰੰਭਤਾ ਹਜ਼ੂਰ ਨੇ ਕੀਤੀ ਵੀ ਗੁਰੂ ਦੇ ਚਰਨ ਅੰਦਰ ਵਸੇ ਹੋਣ, ਤੇ ਗੁਰੂ ਦੇ ਚਰਨ ਹੀ ਅਸਲ ਦੇ ਵਿੱਚ ਸਾਨੂੰ ਗਾਈਡ ਕਰਦੇ ਨੇ ਕਿ ਸਿਮਰਨ ਕਿਵੇਂ ਕਰਨਾ ਹੈ ਤੇ ਕਿੰਨਾ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਫੋਰ ਐਵਰ ਜਿਹੜਾ ਲੀਨ ਕਰਨਾ ਹੈ। ਅੱਜ ਦੇ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਕਹਿ ਰਹੇ ਨੇ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਇਹੋ ਜਿਹਾ ਗੁਰੂ ਬੜੇ ਵੱਡਿਆਂ ਭਾਗਾਂ ਨਾਲ ਸਾਨੂੰ ਮਿਲਿਆ, ਜਿਨ੍ਹੇ ਸਾਨੂੰ ਭੁੱਲਿਆਂ ਨੂੰ ਮਾਰਗ ਪਾ ਦਿੱਤਾ। ਤੁਸੀਂ ਵੇਖੋ ਇਹ ਸ਼ਬਦਾਂ ਦੀ ਗ੍ਰੈਵਿਟੀ, ਇਹਦੀ ਸੀਰੀਅਸਨੈਸ, ਇਹਦੀ ਪ੍ਰੋਫਾਊਂਡਨੈਸ ਦਾ ਮਤਲਬ ਗਹਿਰਾਈ ਇਹਦੀ ਕਿੰਨੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਵੀ ਲੋਕ ਰੱਬ ਦੀ ਭਗਤੀ ਦੀ ਗੱਲ ਕਰਦੇ ਸੀ, ਔਰ ਹਰ ਮਜ਼ਹਬ ਦੇ ਵਿੱਚ ਕਰਦੇ ਸੀ। ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਲੋਕੀ 33 ਕਰੋੜ ਦੇਵੀ ਦੇਵਤਿਆਂ 'ਚ ਭੁੱਲੇ ਹੋਏ ਸੀ। ਇਹਦਾ ਮਤਲਬ ਅਸਲੀ ਰੱਬ ਦਾ ਤੇ ਪਤਾ ਹੀ ਨਹੀਂ ਸੀ। ਬੁੱਤਾਂ ਦੀ ਪੂਜਾ ਨੂੰ ਜਿਹੜਾ ਰੱਬ ਦੀ ਭਗਤੀ ਸਮਝ ਰਹੇ ਸੀ, ਤੇ ਇਸੇ ਤਰ੍ਹਾਂ ਦਰਖਤਾਂ ਦੀ ਪੂਜਾ ਹੋ ਰਹੀ ਸੀ, ਦਰਿਆਵਾਂ ਦੀ ਪੂਜਾ ਹੋ ਰਹੀ ਸੀ, ਗਾਵਾਂ ਦੀ, ਬਾਂਦਰਾਂ ਦੀ, ਹੋਰ ਜਾਨਵਰਾਂ ਦੀ ਪੂਜਾ ਹੋ ਰਹੀ ਸੀ। ਤੇ ਲੋਕ ਆਮ ਕਰਕੇ ਮੜੀਆਂ ਮਸਾਣਾਂ ਨੂੰ ਪੂਜ ਰਹੇ ਸੀ। ਤੇ ਗੁਰੂ ਸਾਹਿਬ ਜੀ ਨੇ ਆ ਕੇ ਸਾਰੇ ਭੁੱਲਿਆਂ ਨੂੰ ਵੀ ਹਰ ਬਿਨ ਔਰ ਨਾ ਪੂਜੋ, ਮੜੈ ਮਸਾਨ ਨਾ ਜਾਈ, ਜਾਂ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ, ਓਇਲੇ ਜਾਰੇ ਓਇਲੇ ਗਾੜੇ, ਤੇਰੀ ਗਤ ਦੂਹੂ ਨਾ ਪਾਈ। ਤੇ ਜਿਹੜਾ ਇਸਲਾਮ ਦਾ ਵੀ ਰੱਬ ਦਾ ਕਨਸੈਪਟ ਸੀ,
ਉਹਨਾਂ ਦੇ ਵਿੱਚ ਵੀ ਜਿਹੜੇ ਲੋਕ ਭੁੱਲੇ ਸਨ, ਉਹਨਾਂ ਨੂੰ ਦੱਸਿਆ ਵੀ ਰੱਬ ਦਾ ਕਨਸੈਪਟ ਸਾਰੀ ਮਨੁੱਖਤਾ ਦੇ ਵਿੱਚ ਵਸਦਾ। ਰੱਬ ਕੁਦਰਤ ਦੇ ਜ਼ਰਰੇ ਜ਼ਰਰੇ ਦੇ ਵਿੱਚ ਹੈ, ਨਿਰਗੁਣ ਸਰੂਪ ਹੈ। ਉਹਨੇ ਕਦੇ ਜਨਮ ਨਹੀਂ ਲਿਆ ਧਰਤੀ ਤੇ, ਉਹ ਆਪਣੇ ਆਪ ਤੋਂ ਪ੍ਰਕਾਸ਼ ਹੈ। ਉਹਦੇ ਤੇ ਟਾਈਮ ਨੇ ਕਦੇ ਐਕਟ ਨਹੀਂ ਕਰਨਾ। ਨਿਰਭਉ ਨਿਰਵੈਰ ਹੈ, ਉਹ ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ ਸਦਾ ਰਹੇਗਾ ਤੇ ਸਾਰੀਆਂ ਥਾਵਾਂ ਤੇ ਵਿਆਪਕ ਹੈ। ਇਹਦਾ ਮਤਲਬ ਇੱਕ ਰੱਬ ਨੂੰ ਦਾ ਰਾਹ ਜਿਹੜੇ ਲੋਕ ਭੁੱਲ ਚੁੱਕੇ ਸੀ, ਉਹਨਾਂ ਨੂੰ ਇੱਕ ਰੱਬ ਦੇ ਰਾਹ ਦੇ ਉੱਤੇ ਪਾਇਆ। ਫਿਰ ਤੁਸੀਂ ਵੇਖੋ, ਬੰਦਾ ਬੰਦੇ ਨਾਲ ਨਫ਼ਰਤ ਕਰਨਾ ਸਿੱਖ ਚੁੱਕਾ ਸੀ। ਇਹਦਾ ਮਤਲਬ ਇਕੱਠਾ ਰਹਿਣਾ ਜਿਹੜਾ ਭੁੱਲ ਚੁੱਕਾ ਸੀ, ਇਨਸਾਨੀਅਤ ਭੁੱਲ ਚੁੱਕਾ ਸੀ ਅੰਦਰੋਂ, ਦੂਸਰੇ ਦੀ ਇੱਜ਼ਤ ਕਰਨੀ ਭੁੱਲ ਚੁੱਕਾ ਸੀ। ਗੁਰੂ ਸਾਹਿਬ ਜੀ ਨੇ ਕਿਹਾ ਵੀ ਕੋਈ ਉੱਚੀ ਜਾਤ ਵਾਲਾ ਨਹੀਂ ਹੈ, ਕੋਈ ਨੀਵੀਂ ਜਾਤ ਵਾਲਾ ਨਹੀਂ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬ੍ਰਾਹਮਣੀਕਲ ਸਿਸਟਮ ਵੱਲੋਂ ਮਿਲੀਆਂ ਨੇ ਤੇ ਧਾਰਮਿਕ ਪੁਜਾਰੀਆਂ ਨੇ ਤੁਹਾਨੂੰ ਉਲਝਾਇਆ। ਨਹੀਂ ਤਾਂ ਸਾਰੀ ਕੁਦਰਤ ਦੇ ਵਿੱਚ ਸਾਰੇ ਬੰਦੇ ਉਸ ਅਕਾਲ ਪੁਰਖ ਨੇ ਪੈਦਾ ਕੀਤੇ ਨੇ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰੇ ਆਪਸ ਵਿੱਚ ਪਿਆਰ ਕਰਨਾ ਸਿੱਖੋ, ਇੱਕ ਦੂਜੇ ਦੀ ਹਿਊਮਨ ਡਿਗਨਿਟੀ ਨੂੰ, ਰਿਸਪੈਕਟ ਨੂੰ ਬਰਕਰਾਰ ਕਰੋ। ਦੂਜਿਆਂ ਦੀ ਅਸੀਂ ਰਿਸਪੈਕਟ ਕਰਨੀ ਛੱਡ ਚੁੱਕੇ ਸੀ, ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ। ਫਿਰ ਅੱਧੀ ਆਬਾਦੀ ਸੀ ਔਰਤ ਦੀ। ਸਾਰੇ ਮਜ਼ਹਬਾਂ ਦੇ ਵਿੱਚ ਪੈਗੰਬਰਾਂ ਨੇ ਵੀ ਕੰਮ ਨਹੀਂ ਸੀ ਉਹਦੇ ਤੇ ਕੀਤਾ ਵੀ ਔਰਤ ਨੂੰ ਜਿਹੜਾ ਪੂਰੀ ਰਿਸਪੈਕਟ ਮਿਲ ਸਕੇ। ਤੇ ਆਮ ਕਰਕੇ ਹਿੰਦੁਸਤਾਨ ਦੇ ਖਿੱਤੇ ਦੇ ਵਿੱਚ ਤਾਂ ਵੇਦ ਪੜ੍ਹਨ ਦਾ ਅਧਿਕਾਰ ਨਹੀਂ ਸੀ, ਜਨੇਊ ਪਾਉਣ ਦਾ ਅਧਿਕਾਰ ਨਹੀਂ ਸੀ। ਪਹਿਲੇ ਜਾਮੇ 'ਚ ਗੁਰੂ ਨਾਨਕ ਸਾਹਿਬ ਨੂੰ ਜਦੋਂ ਜਨੇਊ ਪਾਇਆ ਜਾਂਦਾ, ਉਹ ਆਪਣੇ ਭੈਣ ਜੀ ਦੀ ਗੱਲ ਕਰਦੇ ਨੇ ਵੀ ਪੰਡਤ ਜੀ, ਮੇਰੀ ਭੈਣ ਜੀ ਮੇਰੇ ਤੋਂ 5 ਵਰੇ ਵੱਡੇ ਨੇ, ਤੁਸੀਂ ਕਹਿੰਦੇ ਹੋ ਧਰਮ 'ਚ ਬੰਦਾ ਸ਼ਾਮਲ ਹੋ ਜਾਂਦਾ ਜਨੇਊ ਪਾ ਲਏ ਤੇ ਉਹਨਾਂ ਨੂੰ ਜਨੇਊ ਪਾਓ। ਤੇ ਉਹ ਕਹਿਣ ਲੱਗੇ ਤੁਹਾਨੂੰ ਪਤਾ ਨਹੀਂ ਇਹ ਵੇਦ ਨਹੀਂ ਪੜ੍ਹ ਸਕਦੀ ਔਰਤ, ਤੁਹਾਨੂੰ ਪਤਾ ਨਹੀਂ ਔਰਤ ਤੇ ਜਨੇਊ ਪਾ ਹੀ ਨਹੀਂ ਸਕਦੀ। ਫਿਰ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਜਿਹੜਾ ਧਰਮ ਭੈਣ ਭਰਾਵਾਂ ਦੇ ਪਿਆਰ ਦੇ ਵਿੱਚ ਵਿਤਕਰਾ ਖੜਾ ਕਰਦਾ ਤੇ ਆਮ ਕਰਕੇ ਔਰਤ ਜਿਹੜੀ ਅੱਧੀ ਆਬਾਦੀ ਉਹਨੂੰ ਬਰਾਬਰ ਸਮਝਦਾ ਹੀ ਨਹੀਂ। ਤੇ ਇਹ ਭੁੱਲਿਆ ਹੋਇਆ ਅਸਲ ਦੇ ਵਿੱਚ ਇਹਨਾਂ ਦੇ ਅੰਦਰ, ਇਹਨਾਂ ਨੂੰ ਇਨਸਾਨੀਅਤ ਸਿਖਾਉਣ ਦੀ ਲੋੜ ਹੈ। ਤੇ ਇਹ ਕੰਮ ਇੱਕ ਰਾਤ ਦੇ ਵਿੱਚ, ਇੱਕ ਦਿਨ ਦੇ ਵਿੱਚ ਨਹੀਂ ਹੋ ਗਿਆ। ਗੁਰੂ ਸਾਹਿਬ ਜੀ ਨੂੰ 10 ਜਾਮੇ ਕੰਮ ਕਰਨਾ ਪਿਆ। ਬਾਣੀ ਪੜ੍ਹਨ ਦੇ ਪੂਰੇ ਅਧਿਕਾਰ ਦਿੱਤੇ, ਅੰਮ੍ਰਿਤ ਛਕਣ ਤੱਕ ਦੇ ਉਹਨਾਂ ਨੂੰ ਅਧਿਕਾਰ ਦਿੱਤੇ, ਜੋ ਬੰਦੇ ਨੂੰ ਰਾਈਟ ਸੀ ਉਹੀ ਸਾਰੇ। ਤੇ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਗੁਰੂ ਸਾਹਿਬ ਜੀ ਨੇ ਔਰਤ ਨੂੰ ਉੱਚਾ ਚੁੱਕਣ ਲਈ ਅਨੇਕਾਂ ਸਟੈਪ ਲਏ। ਇਸੇ ਤਰ੍ਹਾਂ ਸਰੋਵਰ ਬਣਾ ਕੇ, ਬੋਲੀਆਂ ਬਣਾ ਕੇ, ਲੰਗਰ ਦੀ ਮਰਿਆਦਾ ਬਣਾ ਕੇ, ਇੱਕ ਦੂਜੇ ਨੂੰ ਸਾਰਿਆਂ ਦੇ ਵਿੱਚ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ, ਇਕੁਐਲਿਟੀ ਲਿਆਂਦਿਆਂ ਭੁੱਲਿਆਂ ਹੋਇਆਂ ਨੂੰ ਰਿਮੈਂਬਰ ਕਰਾਉਂਦਿਆਂ ਗੁਰੂ ਸਾਹਿਬ ਨੂੰ 10 ਜਾਮੇ ਲੱਗੇ ਵੀ ਇਹਨਾਂ ਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਆ ਜਾਏ। ਪਰ ਅੱਜ ਵੀ ਤੁਸੀਂ ਵੇਖੋ ਸਾਡੇ ਅੰਦਰ ਉਹ ਉਸੇ ਤਰ੍ਹਾਂ ਜਿਹੜੇ ਵਿਤਕਰੇ ਨੇ, ਉਸੇ ਤਰ੍ਹਾਂ ਡਿਸਪੈਰਿਟੀਜ਼ ਨੇ। ਅਸੀਂ ਗੁਰੂ ਸਾਹਿਬ ਜੀ ਤੋਂ ਫਿਰ ਭੁੱਲ ਚੁੱਕੇ ਹਾਂ। ਗੁਰੂ ਸਾਹਿਬ ਜੀ ਨੇ ਇੰਨਾ ਵਕਤ ਕੀਤਾ ਸਾਡੇ ਤੇ। ਫਿਰ ਤੁਸੀਂ ਵੇਖੋ ਇਹਨਾਂ ਤੋਂ ਇਲਾਵਾ ਬੰਦਾ ਕਈ ਵਾਰੀ ਆਮ ਡੇ ਟੂ ਡੇ ਲਾਈਫ ਦੇ ਵਿੱਚ ਧਰਮ ਦੇ ਕੰਮ ਤੇ ਕਰ ਰਿਹਾ ਹੁੰਦਾ, ਧਾਰਮਿਕ ਸਥਾਨਾਂ ਤੇ ਆ ਰਿਹਾ ਹੁੰਦਾ, ਪਰ ਜਦੋਂ ਉਹਨੇ ਕਿਰਤ ਕਰਨੀ ਪ੍ਰੋਫੈਸ਼ਨ ਦੇ ਵਿੱਚ ਕਈਆਂ ਦਾ ਹੱਕ ਮਾਰ ਰਿਹਾ ਹੁੰਦਾ। ਜਦੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਜਿਹਦਾ ਮਤਲਬ ਸੀ ਕਿ ਜੇ ਬੰਦੇ ਨੇ ਰੱਬ ਨਾਲ ਜੁੜਨਾ ਤੇ ਉਹ ਕੋਈ ਵੀ ਬੰਦਾ ਨਾ ਰਿਸ਼ਵਤਖੋਰ ਹੋ ਸਕਦਾ, ਨਾ ਕਿਸੇ ਦਾ ਧਨ ਦੌਲਤ ਚੋਰੀ ਕਰ ਸਕਦਾ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਨਾ ਭੀਖ ਮੰਗ ਸਕਦਾ, ਨਾ ਕਿਸੇ ਦਾ 1 ਰੁਪਇਆ ਤੱਕ ਮਾਰ ਸਕਦਾ। ਇਹਦਾ ਮਤਲਬ ਇੰਨੀ ਇਮਾਨਦਾਰੀ ਅਸੀਂ ਭੁੱਲ ਚੁੱਕੇ ਸੀ। ਭੁੱਲੇ ਮਾਰਗ ਜਿਨ੍ਹਾਂ ਬਤਾਇਆ ਤੇ ਐਸਾ ਗੁਰਵਡ ਭਾਗੀ ਪਾਇਆ। ਉਹ ਇਮਾਨਦਾਰੀ ਯਾਦ ਕਰਵਾਈ ਵੀ ਜੇ ਰੱਬ ਨੂੰ ਤੁਸੀਂ ਮਿਲਣਾ ਤੁਸੀਂ ਇਮਾਨਦਾਰ ਬਣੋ। ਤੇ ਜਿਵੇਂ ਗੁਰੂ ਸਾਹਿਬ ਜਗਤ ਦਾ ਉਦਾਰ ਕਰਦੇ ਆ, ਭਾਈ ਲਾਲੋ ਜੀ ਦੇ ਕੋਲ ਜਾਂਦੇ ਨੇ ਤੇ ਭਾਈ ਲਾਲੋ ਜੀ ਨੂੰ ਆਵਾਜ਼ ਦਿੰਦੇ ਨੇ, ਭਾਈ ਲਾਲੋ ਜੀ ਕੀ ਕਰਦੇ ਪਏ ਹੋ? ਤੇ ਅੱਗੋਂ ਜਵਾਬ ਆਂਦਾ ਵੀ ਹਜ਼ੂਰ ਮੈਂ ਕਿੱਲੇ ਕੱਢਣਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕੱਲੇ ਕਿੱਲੇ ਹੀ ਨਹੀਂ,
ਬੰਦੇ ਨੇ ਮਨ ਨੂੰ ਵੀ ਘੜਨਾ ਹੈ, ਆਪਣੀ ਜ਼ਿੰਦਗੀ ਦੀ ਵੀ ਘਾੜਤ ਘੜਨੀ ਹੈ। ਇਹਦਾ ਮਤਲਬ ਜਿਹੜਾ ਬੰਦਾ ਮਾਇਆ ਦੇ ਵਿੱਚ ਫਸ ਕੇ ਧਰਮ ਨੂੰ, ਮਨੁੱਖਤਾ ਦੀ ਸੇਵਾ ਨੂੰ ਇਗਨੋਰ ਕਰਦਾ ਹੈ, ਉਹ ਵੀ ਬੰਦਾ ਭੁੱਲਿਆ ਹੋਇਆ। ਤੇ ਗੁਰੂ ਹਰ ਕਿਸਮ ਦੇ ਭੁੱਲੇ ਹੋਏ ਇਨਸਾਨ ਨੂੰ ਜਿਹੜੇ ਮਾਰਗ ਦੇ ਉੱਤੇ ਪਾਉਂਦੇ ਨੇ। ਫਿਰ ਇੱਥੋਂ ਤੱਕ ਵੀ ਹਿੰਦੁਸਤਾਨ ਸਦੀਆਂ ਤੋਂ ਗੁਲਾਮੀ ਚੱਲ ਰਿਹਾ ਸੀ, ਵਿਦੇਸ਼ਾਂ ਤੋਂ ਹਮਲਾਵਰ ਆਉਂਦੇ ਸਨ। ਅੱਜ ਜਿਵੇਂ ਦਿੱਲੀ ਫਤਿਹ ਦਿਵਸ ਹੈ, ਤੁਸੀਂ ਹਿਸਟਰੀ ਸੁਣੀ, ਹੁਣ ਜਿਹੜਾ ਸਾਰਾ ਦਿਨ ਜਿਹੜਾ ਵੱਖ-ਵੱਖ ਢੰਗ ਦੇ ਨਾਲ ਸ਼ਾਮ ਦੇ ਦੀਵਾਨਾਂ ਦੇ ਵਿੱਚ ਵੀ ਆਪਾਂ ਜਿਹੜਾ ਅਸਲ ਦੇ ਵਿੱਚ ਸੁਣਨਾ ਹੈ। ਤੇ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਸ਼੍ਰੀ ਸਾਹਿਬ ਬਖਸ਼ਿਸ਼ ਕੀਤੀ। ਫਿਰ ਸਿੱਖਾਂ ਨੂੰ, ਕਿਉਂਕਿ ਵੈਸੇ ਵੀ ਕੋਈ ਵੀ ਖਿੱਤੇ ਦੇ ਲੋਕ ਇਕੱਠੇ ਨਹੀਂ ਹੋ ਸਕਦੇ ਜਦੋਂ ਤੱਕ ਧਰਮ ਦੇ ਰਾਹੀਂ ਇਕੱਠੇ ਨਾ ਹੋਣ, ਉਦੋਂ ਤੱਕ ਉਹ ਸਾਂਝੇ ਮਿਸ਼ਨ ਦੇ ਲਈ ਯਤਨ ਨਹੀਂ ਕਰ ਸਕਦੇ। ਜੇ ਸਾਂਝਾ ਮਿਸ਼ਨ ਨਹੀਂ ਹੋਏਗਾ ਫਿਰ ਗੁਲਾਮੀ ਭੋਗਣਗੇ, ਫਿਰ ਉਹ ਜਿਹੜਾ ਅਸਲ ਦੇ ਵਿੱਚ ਆਪਣੀ ਇੱਜ਼ਤ ਨੂੰ ਵੀ ਨਹੀਂ ਬਚਾ ਸਕਣਗੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਛਕਾ ਕੇ ਇਕੱਠਿਆਂ ਕੀਤਾ। ਸਾਨੂੰ ਕਿਹਾ ਵੀ ਅੱਜ ਤੋਂ ਬਾਅਦ ਤੁਹਾਡਾ ਜਾਤ ਕਰਮ ਜੋ ਪੁਰਾਣਾ ਧਰਮ ਸੀ ਉਹ ਸਾਰਾ ਕੁਝ ਨਾਸ਼ ਹੋ ਗਿਆ, ਕਿਉਂਕਿ ਉਹਨਾਂ ਨੇ ਤੁਹਾਨੂੰ ਤੁਹਾਡੇ ਪੁਰਾਣੇ ਕੰਮਾਂ ਨੇ ਇੱਕ ਬੰਦੇ ਨੂੰ ਬੰਦੇ ਨਾਲੋਂ ਤੋੜਿਆ, ਤੁਹਾਡੇ ਪੁਰਾਣੇ ਧਰਮਾਂ ਨੇ ਬੰਦੇ ਨੂੰ ਬੰਦੇ ਨਾਲੋਂ ਤੋੜਿਆ, ਤੁਹਾਡੇ ਅਸਲ ਦੇ ਵਿੱਚ ਸੋਚਣ ਦੇ ਢੰਗ ਨੇ ਤੋੜਿਆ। ਅੱਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਪਿਤਾ ਨੇ, ਮਾਤਾ ਸਾਹਿਬ ਕੌਰ ਜੀ ਤੁਹਾਡੀ ਮਾਤਾ ਨੇ, ਆਨੰਦਪੁਰ ਦੇ ਤੁਸੀਂ ਵਾਸੀ ਹੋ। ਅੱਜ ਤੋਂ ਬਾਅਦ ਤੁਸੀਂ ਆਪਣੇ ਅੰਦਰ ਸਦਾ ਲਈ ਪੱਕੇ ਕਰ ਲੈਣਾ ਵੀ ਇੱਕ ਪਰਿਵਾਰ ਦੇ ਮੈਂਬਰ ਹੋ। ਇਹ 100 ਸਾਲ ਸਿੱਖਾਂ ਨੇ ਪ੍ਰੈਕਟਿਸ ਕੀਤੀ ਲਗਾਤਾਰ। ਉਹਨਾਂ ਦੇ ਭਾਵੇਂ ਬੰਦ ਕੱਟੇ ਗਏ ਜਾਂ ਖੋਪਰੀਆਂ ਲਾਈਆਂ ਗਈਆਂ, ਪਰ ਉਹ ਗੁਰਮਤ ਦੇ ਅਸੂਲਾਂ ਤੋਂ ਨਹੀਂ ਹਿੱਲੇ, ਜਿਸ ਕਰਕੇ ਭੂਲੇ ਮਾਰਗ ਜਿਹਨੇ ਬਤਾਇਆ ਪੋਲੀਟੀਕਲ ਪਾਵਰ ਜਿਹੜੀ, ਨਹੀਂ ਤੇ ਉਹ ਲੋਕਾਂ ਕੋਲ ਆਣੀ ਨਹੀਂ ਸੀ। ਇਹ ਜਿਹੜੀ ਅਸਲ ਦੇ ਵਿੱਚ ਆਈ, ਐਸਾ ਗੁਰ ਵਡਭਾਗੀ ਪਾਇਆ। ਫਿਰ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਉਹ ਵੀ ਸਮਾਂ ਜਿਹੜਾ ਆਇਆ ਜਦੋਂ ਖਾਲਸੇ ਦਾ ਰਾਜ ਕਾਇਮ ਹੁੰਦਾ। ਤੇ ਹਜ਼ੂਰ ਅੱਜ ਦੇ ਸ਼ਬਦ ਦੇ ਅੰਦਰ ਜੀਵਨ ਦੇ ਹਰ ਫੀਲਡ ਦੇ ਵਿੱਚ ਅਸੀਂ ਜਿਹੜਾ ਗਿਆਨ ਨੂੰ, ਅਕਾਲ ਪੁਰਖ ਦੇ ਕੁਦਰਤ ਦੇ ਨਿਯਮ ਨੂੰ ਭੁੱਲ ਚੁੱਕੇ ਸੀ। ਤੇ ਗੁਰੂ ਸਾਹਿਬ ਨੇ ਸਾਨੂੰ ਯਾਦ ਕਰਵਾਇਆ ਕਿ ਰੱਬ ਦੇ ਹੁਕਮ 'ਚ ਕੁਦਰਤ ਕਿਵੇਂ ਕੰਮ ਕਰਦੀ ਹੈ, ਤੇ ਤੁਸੀਂ ਕਿਹੜੇ ਸਟੈਪ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਕੇ ਆਪਣਾ ਇੱਥੇ ਮਨੁੱਖਾ ਜੀਵਨ ਜਿਹੜਾ ਸਫਲ ਕਰ ਸਕਦੇ ਹੋ। ਹਜ਼ੂਰ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਬੰਦਾ ਕਿਉਂ ਗੁਲਾਮ ਹੁੰਦਾ? ਸਭ ਤੋਂ ਪਹਿਲਾਂ ਬੰਦਾ ਗੁਲਾਮ ਹੁੰਦਾ ਵਿਕਾਰਾਂ ਦਾ, ਅੰਦਰ ਦੀਆਂ ਵਾਸ਼ਨਾਵਾਂ ਦਾ। ਤੇ ਜਿਹੜਾ ਬੰਦਾ ਵਿਕਾਰਾਂ ਦਾ ਗੁਲਾਮ ਹੋਵੇ ਉਹ ਫਿਰ ਸਰਕਾਰਾਂ ਦਾ ਵੀ ਗੁਲਾਮ ਹੁੰਦਾ, ਕਿਉਂਕਿ ਉਹਨੇ ਅਸਲ ਦੇ ਵਿੱਚ ਵਿਕਾਰਾਂ ਤੋਂ ਉੱਚੇ ਉੱਠ ਕੇ ਇੱਕ ਜਿਹੜਾ ਗੁਰੂ ਵਾਲਾ ਜੀਵਨ ਨਹੀਂ ਜੀਵਿਆ ਹੁੰਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ, ਮੋਹ ਦੇ ਵਿੱਚ ਮਨ ਲੀਨ ਹੋ ਚੁੱਕਾ ਸੀ। ਬੰਧਨ ਕਾਟ ਮੁਕਤ ਗੁਰ ਕੀਨਾ। ਬੰਧਨ ਕੱਟ ਕੇ ਜਿਉਂਦਿਆਂ ਹੀ ਮੈਨੂੰ ਮੁਕਤ ਕਰ ਦਿੱਤਾ। ਇਹ ਹੈ ਮੁਕਤੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਇਸ ਕਿਸਮ ਦੀ ਮੁਕਤੀ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਓ। ਦੁੱਖ ਸੁੱਖ ਕਰਤ ਜਨਮ ਪੁਨ ਮੁਆ। ਬੰਦਾ ਪੈਦਾ ਹੋ ਰਿਹਾ, ਮਰ ਰਿਹਾ, ਆਵਾਗਾਉਣ ਦੇ ਵਿੱਚ ਫਸਿਆ ਹੋਇਆ ਤੇ ਦੁੱਖ ਸੁੱਖ ਦੇ ਵਿੱਚ ਫਸਿਆ ਹੋਇਆ। ਚਰਨ ਕਮਲ ਗੁਰ ਆਸ਼ਰਮ ਦੀਆ। ਗੁਰੂ ਦੇ ਚਰਨਾਂ ਨੇ ਮੈਨੂੰ ਆਪਣੇ ਕੋਲ ਸਦੀਵੀ ਤੌਰ ਤੇ ਟਿਕਾਣਾ ਬਖਸ਼ਿਸ਼ ਕਰ ਦਿੱਤਾ। ਕਹਿਣ ਦਾ ਮਤਲਬ ਉਸ ਵਿਚਾਰਧਾਰਾ ਨੂੰ ਮਨ ਨੇ ਪੱਕੇ ਤੌਰ ਤੇ ਆਪਣੇ ਜੀਵਨ ਦੇ ਵਿੱਚ ਅਪਣਾ ਲਿਆ। ਅਗਨ ਸਾਗਰ ਬੂਢਤ ਸੰਸਾਰਾ। ਬੰਦਾ ਕਈ ਕਿਸਮ ਦੀ ਅੱਗ ਦੇ ਵਿੱਚ ਸੰਸਾਰ ਡੁੱਬਦਾ ਪਿਆ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਆ ਚਰਨੀ ਲੱਗ। ਬੰਦੇ ਦੇ ਅੰਦਰ ਹਿੰਸਾ ਦੀ, ਵਾਇਲੈਂਸ ਦੀ ਅੱਗ ਹੈ, ਤੇ ਵਾਇਲੈਂਸ ਦੀ ਅੱਗ ਦੇ ਵਿੱਚ ਕਈ ਵਾਰੀ ਪਰਿਵਾਰ ਦਾ ਚੈਨ ਸੜ ਕੇ ਸੁਆਹ ਹੋ ਜਾਂਦਾ ਹੈ। ਕਈ ਵਾਰੀ ਸੰਸਾਰ ਦੇ ਵਿੱਚ ਇਨਸਾਨੀਅਤ ਸੜ ਜਾਂਦੀ ਹੈ, ਹੈਵਾਨੀਅਤ ਬੰਦੇ ਦੇ ਅੰਦਰ ਆ ਜਾਂਦੀ ਹੈ। ਤੇ ਗੁਰੂ ਸਾਹਿਬ ਜੀ ਇਹ ਸਾਰੀਆਂ ਅੱਗ ਜਿਹੜੀ ਅੰਦਰ ਦੀ ਵਿਕਾਰਾਂ ਦੀ ਅੱਗ ਹੈ ਨਾ, ਇਹ ਹੀ ਸਾਨੂੰ ਸਾੜ ਕੇ ਸੁਆਹ ਕਰਦੀ। ਕਾਮ ਦੀ ਅੱਗ
ਸਾਡਾ ਉੱਚਾ ਸੁੱਚਾ ਕਰੈਕਟਰ ਦੀ ਭਾਵਨਾ ਉਹ ਜਿਹੜੀ ਤਬਾਹ ਕਰ ਦਿੰਦੀ ਹੈ, ਸ਼ੀਲਤਾ ਨੂੰ ਸਾੜ ਕੇ ਰੱਖ ਦਿੰਦੀ। ਕ੍ਰੋਧ ਦੀ ਅੱਗ ਇਨਸਾਨੀਅਤ ਨੂੰ ਸਾੜ ਦਿੰਦੀ, ਲੋਭ ਦੀ ਅੱਗ ਸਾਡੀ ਇਮਾਨਦਾਰੀ ਨੂੰ ਸਾੜ ਦਿੰਦੀ ਅੰਦਰੋਂ। ਇਸ ਕਰਕੇ ਇਸ ਅੱਗ ਦੇ ਸਾਗਰ ਦੇ ਵਿੱਚ ਸਾਰਾ ਸੰਸਾਰ ਡੁੱਬਿਆ ਹੋਇਆ। ਤੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਬਾਂਹ ਫੜ ਕੇ ਗੁਰੂ ਸਾਹਿਬ ਨੇ ਮੈਨੂੰ ਇਹ ਬਲਦੇ ਸੰਸਾਰ ਦੀ ਅੱਗ ਦੇ ਵਿੱਚੋਂ ਬਾਹਰ ਕੱਢ ਲਿਆ ਹੈ। ਗੁਰੂ ਦੀ ਬਾਂਹ ਹੈ ਗੁਰੂ ਦਾ ਗਿਆਨ। ਅੱਜ ਵੀ ਗੁਰੂ ਦੇ ਗਿਆਨ ਨੂੰ ਅਸੀਂ ਪ੍ਰਾਪਤ ਕਰਕੇ ਜੇ ਇਹ ਅਸੂਲਾਂ ਮੁਤਾਬਕ ਜ਼ਿੰਦਗੀ ਜੀ ਸਕੀਏ, ਫਿਰ ਅਸੀਂ ਇਸ ਅਗਨ ਦੇ ਸਾਗਰ ਚੋਂ ਬਾਹਰ ਨਿਕਲ ਸਕਦੇ ਹਾਂ। ਅੱਜ ਦੇ ਸਮੁੱਚੇ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਗੁਰਬਾਣੀ ਦੀ, ਗੁਰੂ ਦੇ ਚਰਨਾਂ ਦੀ ਵੈਲਿਊ ਦਾ ਅਹਿਸਾਸ ਕਰਾ ਕੇ ਚਰਨਾਂ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਹ ਵਿਚਾਰ ਸਾਡੇ ਅੰਦਰ ਵਸ ਜਾਣ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ।